ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਹਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਇ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਕ ਤੋ ਤਨ ਦੁਖ ਭੋਗੇ ਸੋਈ, ਦੂਸਰ ਅਧਿਕ ਹਿਰਦੇ ਦੁਖ ਹੋਈ। ਇਸ ਪ੍ਰਕਾਰ ਕੈ ਕਿਰਪਾ ਨਿਧਾਨਾ, ਸ਼੍ਰੀ ਮੁਖ ਏਉ ਸ਼ਲੋਕ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹੋ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ, ਦੇਹ 부ਝਾਈ ਜੈਸੇ ਸੱਚ ਮੈਂ ਰਹੋ ਰਜਾਈ। ਦੇਨ ਦੁਨੀਆ ਦੇ ਮਾਲਕ ਵਾਲੀਏ ਕੁਲ ਆਲਮ, ਨੂਰੇ ਸਰਵਰੇ ਕਾਇਨਾਤ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜ਼ਾਹਰਾਂ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਤਿਗੁਰਾਂ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਸੱਤ ਘਰਾ ਨਗਰ ਹੈ, ਇੱਥੇ ਪਹੁੰਚੇ ਹਨ ਜਿੱਥੇ ਇੱਕ ਸੇਠ ਹੈ, ਸ਼ਾਹੂਕਾਰ ਹੈ, ਬੜੀ ਵੱਡੀ ਦੁਕਾਨ ਹੈ, ਨੌਕਰ ਚਾਕਰ ਨੇ। ਉਹਦੀ ਇਹ ਸਾਰੀ ਬਾਹਰ ਦੀ ਲੀਲਾ ਵੇਖ ਕੇ ਖੇਡ ਵੇਖ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਇਹ ਸੇਠ ਤਾਂ ਬੜਾ ਸੁਖੀ ਜਾਪਦਾ ਹੈ, ਪਰ ਲੱਗਦਾ ਨਹੀਂ ਕਦੇ ਨੇ ਕੋਈ ਪੁੰਨ ਕਰਮ ਕੀਤਾ ਹੋਵੇ ਤੇ ਇਹਨੂੰ ਇਹ ਸੁੱਖ ਪ੍ਰਾਪਤ ਹੋ ਰਹੇ ਨੇ। ਪਾਤਸ਼ਾਹ ਕਹਿੰਦੇ ਮਰਦਾਨਿਆਂ ਉਸੇ ਸੇਠ ਕੋਲੋਂ ਹੀ ਜਾ ਕੇ ਪੁੱਛ ਲੈ ਉਹ ਕਿੰਨਾ ਕੁ ਸੁਖੀ ਹੈ। ਜਦੋਂ ਉਸ ਸੇਠ ਕੋਲ ਗਏ ਆਖਿਆ ਸੇਠ ਜੀ ਤੁਸੀਂ ਤਾਂ ਬਹੁਤ ਸੁਖੀ ਹੋ, ਕਦੇ ਕੋਈ ਪੁੰਨ ਕਰਮ ਨਹੀਂ ਕੀਤਾ ਜਾਪਦਾ ਫਿਰ ਵੀ ਸੁਖੀ ਹੋ। ਕਹਿਣ ਲੱਗਾ ਰੋਂਦਾ ਹੋਇਆ ਇਹ ਪੂਰੇ ਸੰਸਾਰ ਭਰ ਵਿੱਚ ਮੇਰੇ ਤੋਂ ਵੱਧ ਦੁਖੀ ਕੋਈ ਵਿਅਕਤੀ ਨਹੀਂ ਹੈ। ਕਹਿਣ ਲੱਗਾ ਜੇ ਤੂੰ ਦੁਖੀ ਹੈ ਤੇ ਚੱਲ ਦੁਖੀਆਂ ਦੇ ਦੁੱਖ ਨਿਵਾਰਨੇ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਬੈਠੇ ਨੇ, ਚੱਲ ਕੇ ਉਹਨਾਂ ਦੇ ਦਰਸ਼ਨ ਕਰ। ਸਤਿਗੁਰਾਂ ਦੇ ਚਰਨਾਂ 'ਚ ਜਾ ਕੇ ਨੇ ਆਪਣਾ ਦੁੱਖ ਦੱਸਿਆ ਕਿ ਕਿਵੇਂ ਆਪਣੀ ਘਰਵਾਲੀ ਦੇ ਮੋਹ ਵਸ ਹੋ ਕੇ ਇਹਨੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ, ਦੁੱਖ ਦਿੱਤਾ ਹੈ। ਹੁਣ ਇਹਦੀ ਘਰਵਾਲੀ ਜੋ ਪਰਪੁਰਖ ਗਾਮੀ ਹੋ ਕੇ ਵਿਭਚਾਰਨੀ ਹੋ ਗਈ ਹੈ, ਉਹਦਾ ਇਹਨੂੰ ਬੜਾ ਵੱਡਾ ਦੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੇਠ ਜੀ ਜੀਵ ਨੂੰ ਆਪਣੇ ਕੀਤੇ ਹੋਏ ਪੁੰਨ ਕਰਮਾਂ ਤੇ ਪਾਪ ਕਰਮਾਂ ਦਾ ਫਲ ਸੁੱਖ ਤੇ ਦੁੱਖ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਇਹ ਤੇਰੇ ਹੀ ਕਰਮ ਸਨ ਕਿ ਤੇਰੇ ਕੀਤੇ ਕਰਮਾਂ ਦਾ ਹੀ ਤੈਨੂੰ ਫਲ ਪ੍ਰਾਪਤ ਹੋ ਰਿਹਾ ਹੈ। ਜਿਹੜਾ ਗਿਆਨਵਾਨ ਤਤਵ ਗਿਆਨੀ ਹੁੰਦਾ ਹੈ ਉਹ ਸਰੀਰ ਨੂੰ ਨਸ਼ਵਰ ਸਮਝਦਾ ਹੈ ਤੇ ਸਰੀਰ ਨਾਲ ਜੁੜੇ ਹੋਏ ਜਿਹੜੇ ਸੁੱਖ ਦੁੱਖ ਨੇ ਉਹਨਾਂ ਨੂੰ ਵੀ ਨਾਸ਼ਵਾਨ ਹੀ ਸਮਝਦਾ। ਤਨ ਦੇ ਦੁਖੀ ਹੋਇਆ ਉਹ ਅੰਦਰੋਂ ਦੁਖੀ ਨਹੀਂ ਹੁੰਦੇ, ਤਨ ਦੇ ਸੁੱਖ ਨਾਲ ਅੰਦਰੋਂ ਸੁਖੀ ਨਹੀਂ, ਉਹਨਾਂ ਦੇ ਅੰਦਰ ਇੱਕ ਰਸ ਸਮਾਨ ਬਿਰਤੀ ਬਣੀ ਰਹਿੰਦੀ ਹੈ। ਪਰ ਜਿਹੜਾ ਮਨਮੁਖ ਹੈ ਉਹ ਤਨ ਦੇ ਦੁਖੀ ਹੋਇਆ ਵੀ ਮਨ ਕਰਕੇ ਵੀ ਦੁਖੀ ਹੁੰਦਾ। ਤਨ ਕਰਕੇ ਤਾਂ ਦੁਖੀ ਹੁੰਦਾ ਹੀ ਆ ਗਿਆਨੀ ਮਨਮੁਖ, ਉਹ ਮਨ ਕਰਕੇ ਵੀ ਦੁੱਖ ਨੂੰ ਮਹਿਸੂਸ ਕਰਦਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਨੇ ਜਿਹਦੇ ਵਿੱਚ ਸਾਹਿਬ ਜੀ ਨੇ ਫਰਮਾਇਆ ਹੈ ਕਿ ਇਸ ਪੂਰੇ ਸੰਸਾਰ ਭਰ ਦੇ ਵਿੱਚ ਕਿਤਨੇ ਕਿਤਨੇ ਜੀਵ ਵੱਡੇ ਵੱਡੇ ਜਿਹੜੇ ਦੇਵ ਕਹਾਉਣ ਵਾਲੇ ਸਨ, ਰਾਜੇ ਕਹਾਉਣ ਵਾਲੇ ਸਨ, ਉਹ ਵੀ ਕਿਵੇਂ ਦੁੱਖਾਂ ਕਰਕੇ ਪੀੜਤ ਹੋਏ ਨੇ। ਉਹਨਾਂ ਦੇ ਕੁਝ ਪ੍ਰਮਾਣ ਜਿਹੜੀਆਂ ਪੁਰਾਣਕ ਕਥਾਵਾਂ ਆਉਂਦੀਆਂ ਹਨ ਉਹਦੇ ਮੁਤਾਬਕ ਜਿਹੜੀਆਂ ਕਥਾਵਾਂ ਨੇ ਉਹਦਾ ਇੱਕ ਇੱਕ ਪੰਕਤੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਮਹਾਕਵੀ ਜੀ ਉਹਦੀ ਅੱਗੇ ਜਾ ਕੇ ਵਿਆਖਿਆ ਵੀ ਕਰਨਗੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ
ਇਕ ਤੋ ਤਨ ਦੁਖ ਭੋਗੈ ਸੋਈ। ਕਹਿੰਦੇ ਜਿਹੜੇ ਅਗਿਆਨੀ ਨੇ ਉਹ ਤਨ ਕਰਕੇ ਵੀ ਦੁਖੀ ਹੁੰਦੇ ਤੇ ਤਨ ਦਾ ਦੁੱਖ ਵੀ ਭੋਗਦੇ ਹਨ। ਦੂਸਰ ਅਧਿਕ ਹਿਰਦੇ ਦੁਖ ਹੋਈ। ਦੂਜਾ ਜਿੱਥੇ ਉਹਨਾਂ ਦਾ ਤਨ ਦੁਖੀ ਹੁੰਦਾ ਹੈ, ਉਹ ਮਨ ਕਰਕੇ ਵੀ ਉਸ ਦੁੱਖ ਨੂੰ ਦੁੱਖ ਮੰਨਦੇ ਨੇ। ਗਿਆਨਵਾਨ ਦੁੱਖ ਨੂੰ ਦੁੱਖ ਨਹੀਂ ਮੰਨਦਾ, ਪਰ ਜਿਹੜਾ ਅਗਿਆਨੀ ਹੈ ਉਹ ਤਨ ਦੇ ਦੁੱਖ ਨਾਲ ਮਨ ਕਰਕੇ ਵੀ ਦੁਖੀ ਹੁੰਦਾ ਹੈ। ਇਸ ਪ੍ਰਕਾਰ ਕੈ ਕਿਰਪਾ ਨਿਧਾਨਾ। ਇਹ ਬਚਨ ਕਹਿ ਕੇ ਕਿਰਪਾ ਨਿਧਾਨ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼੍ਰੀ ਮੁਖ ਏਓ ਸ਼ਲੋਕ ਬਖਾਨਾ। ਇਹ ਪਾਵਨ ਸ਼ਲੋਕ ਜੋ ਰਾਮਕਲੀ ਦੀ ਵਾਰ ਵਿੱਚ ਦਰਜ ਹੈ, ਪਾਤਸ਼ਾਹ ਨੇ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੋਆਇਆ। ਗਰੀਬਨ ਬਾਜ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਸਭ ਤੋਂ ਪਹਿਲਾਂ ਉਦਾਹਰਣ ਦਿੰਦੇ ਨੇ ਕਿ 33 ਕਰੋੜ ਦੇਵਤਿਆਂ ਦਾ ਰਾਜਾ ਸਦਾਉਣ ਵਾਲਾ ਰਾਜਾ ਇੰਦਰ, ਉਹਨੂੰ ਵੀ ਰੋਣਾ ਪਿਆ ਜਦੋਂ ਉਹਦੇ ਸਰੀਰ ਦੇ ਉੱਤੇ ਹਜ਼ਾਰਾਂ ਭਗਾਂ ਦੇ ਨਿਸ਼ਾਨ ਹੋ ਗਏ ਤੇ ਉਹਨੂੰ ਰੋਣਾ ਪਿਆ। ਇੱਕ ਤਲਾਬ ਦੇ ਵਿੱਚ ਕਮਲ ਦੀ ਫੁੱਲ ਦੀ ਨਾੜੀ ਦੇ ਵਿੱਚ ਲੁਕ ਕੇ ਬਹੁਤ ਲੰਮੇ ਸਮੇਂ ਤੱਕ ਰਹਿਣਾ ਪਿਆ। ਏਡਾ ਵੱਡਾ ਦੇਵਤਾ ਸਦਾਉਣ ਵਾਲਾ ਸੀ ਇੰਦਰ, ਉਹਨੂੰ ਵੀ ਆਪਣੇ ਕੀਤੇ ਕਰਮ ਕਰਕੇ, ਆਪਣੇ ਕੀਤੇ ਪਾਪ ਕਰਕੇ ਰੋਣਾ ਪਿਆ, ਦੁਖੀ ਹੋਣਾ ਪਿਆ। ਪਰਸੁਰਾਮ ਰੋਵੇ ਕਰ ਆਇਆ। ਪਰਸ਼ੂਰਾਮ ਜੀ ਕਿੱਡੇ ਵੱਡੇ ਅਵਤਾਰੀ ਪੁਰਸ਼ ਸਨ। ਸ਼ਿਵ ਜੀ ਦਾ ਅਵਤਾਰ ਮੰਨਿਆ ਜਾਂਦਾ ਪਰਸ਼ੁਰਾਮ ਜੀ ਨੂੰ। ਕਹਿੰਦੇ ਪਰਸ਼ੁਰਾਮ ਜੀ ਜਦੋਂ ਆਪਣੇ ਘਰ ਆਏ ਸਨ ਤੇ ਇਹਨਾਂ ਦਾ ਮਾਸੜ ਸੀ ਸਹੰਸਰ ਬਾਹੂ। ਪਰਸ਼ੁਰਾਮ ਜੀ ਦੇ ਪਿਤਾ ਦਾ ਨਾਮ ਸੀ ਜਮਦਗਨ ਰਿਸ਼ੀ। ਉਸ ਜਮਦਗਨ ਰਿਸ਼ੀ ਨੂੰ ਸਹੰਸਰ ਬਾਹੂ ਨੇ ਜਦੋਂ ਮਾਰ ਮੁਕਾਇਆ ਤਾਂ ਆ ਕੇ ਪਰਸ਼ੁਰਾਮ ਜੀ ਬਹੁਤ ਬੇਬਲ ਹੋਏ, ਦੁਖੀ ਹੋਏ, ਜਿਸ ਦਾ ਫਲ ਸਵਰੂਪ ਪਰਸ਼ੁਰਾਮ ਨੇ 21 ਵਾਰ ਇਸ ਧਰਤੀ ਤੋਂ ਛਤਰੀਆਂ ਦਾ ਵਿਨਾਸ਼ ਕੀਤਾ। ਔਰ ਪਰਸ਼ੂਰਾਮ ਜੀ ਨੂੰ ਜਿਹੜੇ ਅਵਤਾਰੀ ਪੁਰਸ਼ ਸਦਾਉਂਦੇ ਸਨ ਉਹਨਾਂ ਨੂੰ ਵੀ ਦੁਖੀ ਹੋਣਾ ਪਿਆ। ਅਜੇ ਸੋਰੋਵੈ ਭੀਖਿਆ ਖਾਏ। ਅਜੈ ਸੋਰੋ, ਅਜਾ ਰਾਜਾ ਅੱਜ ਜਿਹਨੂੰ ਕਹਿੰਦੇ ਹਨ, ਇਹ ਰਾਜਾ ਅੱਜ ਇਹਨੂੰ ਲਿੱਦ ਦੀ ਭਿਖਿਆ ਦੇ ਕੇ ਉਹ ਖਾਣੀ ਪਈ ਸੀ। ਅੱਗੇ ਜਾ ਕੇ ਨਾ ਸਾਰੇ ਬਚਨਾਂ ਦਾ ਵਿਸਥਾਰ ਆਵੇਗਾ, ਇਸ ਕਰਕੇ ਮੈਂ ਕੇਵਲ ਅੱਖਰੀ ਅਰਥ ਕਰ ਰਿਹਾ। ਰਾਜਾ ਅੱਜ ਜਿਹਨੇ ਇੱਕ ਮਹਾਂਪੁਰਸ਼ ਨੂੰ ਲਿੱਦ ਦਾ ਦਾਨ ਦਿੱਤਾ, ਉਹ ਲਿੱਦ ਜਿਉਂ ਵਧਣ ਲੱਗੀ, ਵਧਦਿਆਂ ਵਧਦਿਆਂ ਢੇਰਾਂ ਦੇ ਢੇਰ ਲੱਗ ਗਏ। ਪੁੱਛਦਾ ਵੇਦ ਵਿਆਸ ਜੀ ਨੂੰ ਵੀ ਇਹ ਹੁਣ ਕਿਵੇਂ ਖਤਮ ਹੋਵੇਗੀ? ਉਹ ਕਹਿੰਦੇ ਤਾਂ ਖਾਣੀ ਪਏਗੀ। ਕਹਿੰਦਾ ਇਹ ਤਾਂ ਨਹੀਂ ਖਾਈ ਜਾਣੀ। ਕਹਿੰਦੇ ਫਿਰ ਨਿੰਦਾ ਕਰਵਾ ਆਪਣੀ। ਜੋ ਨਿੰਦਾ ਹੋਣ ਲੱਗੀ ਸਾਰੀ ਲਿੱਦ ਸਮਾਪਤ, ਪਰ ਜਿਹੜੀ ਦਾਨ ਦਿੱਤੀ ਸੀ ਨਾ ਸ਼ੇਰ ਸਵਾ ਸ਼ੇਰ, ਉਹ ਰਹਿ ਗਈ। ਕਹਿੰਦੇ ਇਹ ਤਾਂ ਹੁਣ ਤੈਨੂੰ ਖਾਣੀ ਪੈਣੀ ਹੈ ਕਿਉਂਕਿ ਤੂੰ ਦਿੱਤੀ ਸੀ ਇਹ। ਕਹਿੰਦੇ ਉਹ ਭਿਖਿਆ ਉਹਨੂੰ ਲਿੱਦ ਦੇ ਰੂਪ ਦੇ ਵਿੱਚ ਖਾਣੀ ਪਈ ਤੇ ਰੋਣਾ ਪਿਆ, ਆਪਣੇ ਕੀਤੇ ਕਰਮ ਦਾ ਫਲ ਭੋਗਣਾ ਪਿਆ। ਐਸੀ ਦਰਗਹਿ ਮਿਲੀ ਸਜਾਏ। ਆਪਣੇ ਕੀਤੇ ਪਾਪ ਕਰਮ ਦੀ ਸਜ਼ਾ ਰੱਬ ਦੀ ਦਰਗਾਹ ਚੋਂ ਪ੍ਰਾਪਤ ਹੁੰਦੀ ਹੈ, ਅਵਸ਼ ਹੈ। ਹਰ ਕਾ ਇੱਕ ਅਚੰਭੋ ਦੇਖਿਆ ਮੇਰੇ, ਹਰ ਕਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਪਰਮੇਸ਼ਰ ਦਾ ਇਹ ਅਚੰਭਾ ਹੈ ਜੋ ਉਹਨੇ ਕਰਨਾ, ਧਰਮ ਨਾਲ ਇਨਸਾਫ ਕਰਨਾ ਹੈ। ਉਹਦੀ ਦਰਗਾਹ ਦੇ ਵਿੱਚੋਂ ਫਿਰ ਇਹੋ ਜੀ ਸਜ਼ਾ ਪ੍ਰਾਪਤ ਹੋਈ। ਰੋਵੇ ਰਾਮ ਨਿਕਾਲਾ ਪਿਆ। ਕਹਿੰਦੇ ਸ਼੍ਰੀ ਭਗਵਾਨ ਰਾਮਚੰਦਰ ਜੀ ਤ੍ਰੇਤੇ ਯੁੱਗ ਦੇ ਮਾਲਕ ਨੇ, ਅਵਤਾਰ ਨੇ। ਕਹਿੰਦੇ ਜਦੋਂ ਉਹਨਾਂ ਨੂੰ 14 ਸਾਲਾਂ ਦਾ ਬਨਵਾਸ ਹੋਇਆ, ਨਿਕਾਲਾ ਹੋਇਆ, ਤੇ ਬਨ ਵਿੱਚ ਉਹਨਾਂ ਨੂੰ ਕੈਸੀ ਦਸ਼ਾ ਪ੍ਰਾਪਤ ਹੋਈ ਜਦੋਂ ਸੀਤਾ ਨੂੰ ਹਰਨ ਕਰਕੇ ਰਾਵਣ ਲੈ ਗਿਆ। ਲక్ష్మణ ਦਾ ਵੀ ਪਤਾ ਨਾ ਲੱਗਿਆ ਵੀ ਮੂਰਛਿਤ ਹੋ ਗਏ। ਉਸ ਵੇਲੇ ਭਗਵਾਨ ਰਾਮਚੰਦਰ ਜੀ ਵੀ ਵੈਰਾਗੀ ਹੋ ਕੇ, ਬੇਬਲ ਹੋ ਕੇ ਜੰਗਲਾਂ ਦੇ ਵਿੱਚ ਦੌੜੇ ਸਨ। ਸੀਤਾ ਲక్ష్మణ ਵਿਛੜ ਗਿਆ। ਸੀਤਾ ਜਦੋਂ ਉਹਨਾਂ ਤੋਂ ਵਿਛੜ ਗਈ, ਸ੍ਰੀ ਲక్ష్మణ ਜੀ ਵੀ ਵਿਛੜ ਗਏ, ਤਾਂ ਉਸ ਵੇਲੇ ਭਗਵਾਨ ਰਾਮਚੰਦਰ ਜੀ ਨੂੰ ਵੀ ਬੇਬਲ ਹੋਣਾ ਪਿਆ। ਰੋਵੇ ਤੈ ਸਿਰ ਲੰਕ ਗਵਾਏ। 10 ਸਿਰਾਂ ਵਾਲਾ ਰਾਵਣ, ਜਿਹਦੇ 10 ਮੂੰਹ ਨੇ,
ਦਸ ਮੂੰਹ ਦਾ ਮਤਲਬ ਹੁੰਦਾ ਹੈ, ਆਪਾਂ ਆਮ ਕਰਕੇ ਸਮਾਜ ਵਿੱਚ ਕਹਿ ਦਿੰਨੇ ਆ ਕਿ ਫਲਾਣਾ ਬੰਦਾ ਤਾਂ ਦੋ ਮੂੰਹ ਹੈ। ਦੋ ਮੂੰਹ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਉਹਦੇ ਦੋ ਮੂੰਹ ਹੁੰਦੇ ਨੇ, ਸਿਰ ਦੋ ਹੁੰਦੇ ਨੇ, ਹੁੰਦਾ ਤਾਂ ਇੱਕੋ ਹੀ ਹੈ ਨਾ। ਦੋ ਮੂੰਹਾਂ ਤਾਂ ਕਹਿ ਦਿੰਦੇ ਆ ਵੀ ਹੁਣ ਕੁਝ ਹੋਰ ਕਹਿੰਦਾ, ਝੱਟ ਨੂੰ ਕੁਝ ਹੋਰ ਕਹਿਣ ਲੱਗ ਪੈਂਦਾ। ਤੇ ਰਾਵਣ ਕਿੱਡਾ ਨੀਚ ਹੋਵੇਗਾ ਜਿਹਦੇ 10 ਮੂੰਹ ਸੀ, ਇੱਕ ਤੋਂ ਕੁਝ ਕਹਿੰਦਾ, ਦੂਜੇ ਤੋਂ ਕੁਝ, ਤੀਜੇ ਤੋਂ ਕੁਝ, ਚੌਥੇ ਤੋਂ ਕੁਝ। ਰਾਵਣ ਦੇ ਤਾਂ 10 ਹੋਣਗੇ, ਕਲੀ ਕਾਲ ਦੇ ਸਮੇਂ ਵਿੱਚ, ਅੱਜ ਦੇ ਵਰਤਾਰੇ ਵਿੱਚ ਇੱਕ ਇੱਕ ਬੰਦੇ ਦੇ ਹਜ਼ਾਰ ਮੂੰਹ ਹੋਣਗੇ ਇੱਕ ਦਿਨ ਦੇ ਵਿੱਚ ਹੀ। ਸਵੇਰੇ ਹੋਰ ਗੱਲ ਹੁੰਦੀ, ਝਟਕ ਨੂੰ ਹੋਰ, ਸ਼ਾਮ ਨੂੰ ਹੋਰ, ਦੁਪਹਿਰੇ ਹੋਰ। ਇੱਕ ਬਚਨ ਤੇ ਥੋੜੀ ਕੋਈ ਰਹਿੰਦਾ ਹੈ। ਕਲੀ ਕਾਲ ਦਾ ਸਮਾਂ, ਇਹ 10 ਮੂੰਹਾਂ ਵਾਲਾ ਰਾਵਣ, ਦਹਿਸਰ ਜਿਹਨੂੰ ਕਹਿੰਦੇ ਹਨ, ਕਹਿੰਦੇ ਇਹਨੂੰ ਆਪਣੀ ਲੰਕਾ ਛੁਡਵਾ ਕੇ ਰੋਣਾ ਪਿਆ। ਕਰਮ ਕੀ ਕੀਤਾ ਸੀ? ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਦੀ ਘਰਵਾਲੀ ਸੀਤਾ ਨੂੰ ਹਰ ਕੇ ਲੈ ਗਿਆ ਸੀ। ਕਲੰਕ ਲੱਗਾ ਇਹਨੂੰ, ਉਸ ਕਰਮ ਕਰਕੇ ਇਹਨੂੰ ਐਡਾ ਵੱਡਾ ਦੁੱਖ ਝੱਲਣਾ ਪਿਆ ਔਰ ਆਪਣੀ ਲੰਕਾ ਛੁਡਵਾ ਕੇ ਰੋਣਾ ਪਿਆ। ਜਿਨ ਸੀਤਾ ਆਦੀ ਡੋਰੂ ਆਏ, ਇਹਨੂੰ ਇਹ ਸਜ਼ਾ ਕਿਉਂ ਮਿਲੀ? ਕਿਉਂਕਿ ਡੌਰੂ ਵਾ ਕੇ ਭੇਖੀ ਸਾਧ ਬਣ ਕੇ ਗਿਆ ਸੀ ਔਰ ਸਾਧ ਦਾ ਮੰਗਤੇ ਦਾ ਰੂਪ ਬਣਾ ਕੇ ਗਿਆ, ਜਾ ਕੇ ਤੇ ਸੀਤਾ ਨੂੰ ਡੌਰੂ ਵਜਾ ਕੇ ਲੈ ਕੇ ਆਇਆ। ਰੋਵੇ ਪਾਂਡਵ ਭਏ ਮਜੂਰ, ਪਾਂਡਵਾਂ ਨੂੰ ਰੋਣਾ ਪਿਆ, ਮਜ਼ਦੂਰੀ ਕਰਨੀ ਪਈ ਰਾਜੇ ਵਿਰਾਟ ਦੀ ਸਭਾ 'ਚ। ਨੌਕਰ ਬਣ ਕੇ ਰਹੇ 1 ਸਾਲ ਵਾਸਤੇ। ਜਿਨ ਕੈ ਸੁਆਮੀ ਰਹਿਤੇ ਹਦੂਰ, ਉਹ ਪਾਂਡਵ ਜਿਨ੍ਹਾਂ ਦੇ ਹਜੂਰ 'ਚ ਦੁਆਪਰ ਦੇ ਜਿਹੜੇ ਭਗਵਾਨ ਸਨ, ਮਾਲਕ ਸਨ, ਭਗਵਾਨ ਕ੍ਰਿਸ਼ਨ ਜੀ ਉਹਨਾਂ ਦੀ ਹਜ਼ੂਰੀ 'ਚ ਰਹਿੰਦੇ ਸੀ। ਜਿਨ੍ਹਾਂ ਦੇ ਕੋਲ ਦੁਆਪਰ ਦੇ ਮਾਲਕ ਭਗਵਾਨ ਜੀ ਨਾਲ ਰਹਿੰਦੇ ਸੀ, ਉਹਨਾਂ ਪਾਂਡਵਾਂ ਨੂੰ ਵੇਖੋ ਕਿੰਨੀ ਦੁਰਦਸ਼ਾ ਹੋਈ। ਉਹਨਾਂ ਨੂੰ ਵੀ ਰੋਣਾ ਪਿਆ ਆਪਣੇ ਕੀਤੇ ਕਰਮਾਂ ਕਰਕੇ। ਰੋਵੇ ਜਨਮੇਜਾ ਖੋਏ ਗਿਆ, ਰਾਜਾ ਜਨਮੇਜਾ ਜਿਹਨੇ ਬ੍ਰਾਹਮਣਾਂ ਦੀ ਹੱਤਿਆ ਕੀਤੀ ਸੀ, ਉਹਦਾ ਦੋਸ਼ ਇਹਨੂੰ ਲੱਗਾ ਸੀ। ਕਹਿੰਦੇ ਵੇਖੋ ਰਾਜੇ ਜਨਮੇਜੇ ਨੇ ਕਿੱਡਾ ਵੱਡਾ ਪਾਪ ਕੀਤਾ, ਬ੍ਰਾਹਮਣਾਂ ਨੂੰ ਘਰ ਸੱਦ ਕੇ ਉਹਨਾਂ ਨੂੰ ਮਾਰਿਆ। ਏਕੀ ਕਾਰਨ ਪਾਪੀ ਪਿਆ, ਔਰ ਕੇਵਲ ਆਪਣੀ ਘਰਵਾਲੀ ਦੇ ਪਿੱਛੇ ਉਹ ਕਿੱਡਾ ਵੱਡਾ ਪਾਪੀ ਹੋਇਆ, ਬ੍ਰਾਹਮਣਾਂ ਨੂੰ ਮਾਰ ਕੇ ਹੱਤਿਆ ਕੀਤੀ। ਰੋਵੇ ਸੇਖ ਮਸਾਇਕ ਪੀਰ, ਬੜੇ ਸ਼ੇਖ ਮਸਾਇਕ ਪੀਰ ਜਿਹੜੇ ਕਹਾਉਂਦੇ ਐ, ਉਹ ਵੀ ਰੋਏ ਨੇ। ਉਹਨਾਂ ਨੇ ਵੀ ਭਾਈ ਦੁੱਖ ਕਰਕੇ ਦੁਖੀ ਹੋਣਾ ਕੀਤਾ। ਅੰਤ ਕਾਲ ਮਤ ਲਾਗੈ ਭੀੜ, ਉਹਨਾਂ ਨੂੰ ਵੀ ਇਹੀ ਡਰ ਹੈ, ਭੈ ਹੈ ਕਿ ਕਿਤੇ ਅੰਤ ਕਾਲ ਸਮੇਂ ਸਾਨੂੰ ਕੋਈ ਭੀੜਾ ਨਾ ਵਿਆਪੇ। ਰੋਵੇ ਰਾਜੇ ਕੰਨ ਪੜਾਏ, ਬੜੇ ਰਾਜਿਆਂ ਨੇ ਰਾਜ ਭਾਗ ਛੱਡ ਕੇ ਕੰਨ ਪੜਾ ਕੇ ਰੋਣਾ ਪਿਆ। ਵੱਡੇ ਜਿਹੜੇ ਰਾਜੇ ਸਦਾਉਂਦੇ ਸਨ, ਉਹ ਰਾਜ ਭਾਗ ਛੱਡ ਕੇ ਕੰਨ ਪੜਾ ਕੇ ਰੋਂਦੇ ਫਿਰੇ ਹਨ। ਕਰ ਮੰਗੇ ਭੀਖੇ ਜਾਏ, ਔਰ ਕੰਨ ਪੜਾ ਕੇ ਯੋਗੀ ਬਣ ਕੇ ਲੋਕਾਂ ਦੇ ਘਰ ਵਿੱਚ ਜਾ ਕੇ ਭਿਖਿਆ ਮੰਗ ਕੇ ਖਾਂਦੇ। ਕਿਤੇ ਰਾਜੇ ਸਨ ਤੇ ਕਿਤੇ ਭਿਖਿਆ ਮੰਗ ਕੇ ਰੋਂਦੇ ਆ, ਕੁਰਲਾਉਂਦੇ ਹਨ। ਰੋਵੇ ਕਿਰਪਨ ਸੰਚੈ ਧਨ ਜਾਏ, ਕੰਜੂਸ ਰੋਂਦਾ ਹੈ ਤੇ ਧਨ ਜਦੋਂ ਜਾਂਦਾ ਤੇ ਕੰਜੂਸ ਰੋਂਦਾ ਹੈ। ਕੰਜੂਸ ਨੂੰ ਬਹੁਤਾ ਦੁੱਖ ਹੁੰਦਾ ਜਦੋਂ ਉਹਦਾ ਧਨ ਉਹਦੇ ਕੋਲੋਂ ਜਾਵੇ। ਪੰਡਿਤ ਰੋਵੇ ਗਿਆਨ ਗਵਾਏ, ਵੱਡੇ ਪੰਡਤ ਆਪਣਾ ਗਿਆਨ ਗਵਾ ਕੇ ਰੋਂਦੇ ਆ। ਹੁਣ ਤੁਸੀਂ ਆਖੋਗੇ ਪੰਡਤਾਂ ਦਾ ਗਿਆਨ ਕਿਵੇਂ ਗਵਾਚ ਜਾਂਦਾ ਹੈ? ਪੁਰਾਣੇ ਸਮਿਆਂ 'ਚ ਪੰਡਤਾਂ ਦੀ ਚਰਚਾ ਹੁੰਦੀ ਸੀ, ਇੱਕ ਦੂਜੇ ਨਾਲ ਵਿਦਿਆ ਦੀ ਚਰਚਾ ਕਰਦੇ ਸੀ। ਜਿਹੜਾ ਪੰਡਤ ਜਿੱਤ ਜਾਂਦਾ ਸੀ, ਉਹ ਹਾਰੇ ਹੋਏ ਪੰਡਤ ਦੀਆਂ ਕਿਤਾਬਾਂ ਲੈ ਜਾਂਦਾ ਸੀ, ਤੇ ਜਿਹੜਾ ਹਾਰ ਜਾਂਦਾ ਉਹਨਾਂ ਦੇ ਬਾਬਤ ਮਹਾਰਾਜ ਜੀ ਕਹਿ ਰਹੇ ਕਿ ਉਹ ਮਨ 'ਚ ਝੁਰਦੇ ਸੀ ਕਿ ਮੈਂ ਇੰਨਾ ਪੜ੍ਹਿਆ ਤੇ ਫੇਰ ਹਾਰ ਗਿਆ। ਕਹਿੰਦੇ ਆਪਣਾ ਗਿਆਨ ਗਵਾ ਕੇ ਵੱਡੇ ਪੰਡਤ ਰੋਂਦੇ ਤੇ ਕੁਰਲਾਉਂਦੇ ਹਨ। ਬਾਲੀ ਰੋਵੇ ਨਾਹੇ ਪਤਾਰ, ਇਹ ਬਾਲੀ ਇੱਕ ਇਸਤਰੀ ਸੀ ਗੁਰੂ ਖਾਲਸਾ ਜੀ, ਪਿਛਲੇ ਜਨਮ 'ਚ ਵੇਸ਼ਵਾ ਸੀ। ਬਹੁਤਿਆਂ ਦੇ ਘਰ ਉਜਾੜੇ ਸਨ ਇਹਨੇ, ਬਹੁਤਿਆਂ ਇਸਤਰੀਆਂ ਦੇ ਸੁਹਾਗ ਖੋਏ ਸਨ। ਮੁੜ ਕੇ ਰਾਜੇ ਦੇ ਘਰ ਜਨਮੀ ਰਾਜਕੁਮਾਰੀ ਹੋ ਕੇ ਜਿੰਨੇ ਵੀ ਪਤੀ ਇਹਨੂੰ ਵਿਆਹੁੰਦੇ ਸਨ ਜਾਂ ਪਹਿਲਾਂ ਮੰਗਣਾ ਹੀ ਹੁੰਦਾ ਸੀ, ਉਹ ਪਹਿਲਾਂ ਹੀ ਮਰ ਜਾਂਦੇ ਸਨ। ਕਹਿੰਦੇ ਉਹ ਬਾਲੀ ਰੋਂਦੀ ਆ ਨਾਹੇ ਪਤਾਰ ਕਿ ਮੈਨੂੰ ਪਤੀ ਪ੍ਰਾਪਤ ਨਹੀਂ ਹੁੰਦਾ। ਨਾਨਕ ਦੁਖੀਆ
ਸਭ ਸੰਸਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਆ, ਸਾਰਾ ਸੰਸਾਰ ਹੀ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਸਾਰਾ ਸੰਸਾਰ ਹੀ ਦੁਖੀ ਆ ਮਰਦਾਨਿਆਂ। ਭਗਤ ਫਰੀਦ ਜੀ ਮਹਾਰਾਜ ਜੀ ਕਹਿੰਦੇ, ਮੈਂ ਜਾਣਿਆ ਸੀ ਸ਼ਾਇਦ ਦੁੱਖ ਮੈਨੂੰ ਹੈ, ਪਰ ਜਦੋਂ ਮੈਂ ਉੱਚੇ ਚੜ੍ਹ ਕੇ ਵੇਖਿਆ, ਨਿਗਾਹ ਮਾਰ ਕੇ ਦੂਰ ਤਾਈਂ ਸੰਸਾਰ ਵੱਲ ਵੇਖਿਆ, ਤਾਂ ਵੇਖਿਆ ਵੀ ਘਰ ਘਰ ਦੇ ਵਿੱਚ ਦੁੱਖਾਂ ਦੀ ਅੱਗ ਦੇ ਭਾਂਬੜ ਪੇ ਮਚਦੇ ਆ। ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਆਗੇ, ਤਾਂ ਘਰ ਘਰ ਦੇ ਵਿੱਚ ਵੀ ਪ੍ਰਚੰਡ ਹੈ, ਪ੍ਰਬਲ ਹੈ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਸਾਰਾ ਸੰਸਾਰ ਹੀ ਦੁਖੀ ਹੈ। ਇੱਕ ਸੱਜਣ ਉਹ ਕਹਿਣ ਲੱਗਾ, ਉਹਨੂੰ ਪਤਾ ਨਹੀਂ ਸੀ ਹੁਣ ਇਹ ਪੰਕਤੀ ਦੇ, ਕਹਿਣ ਲੱਗਾ ਨਾਨਕ ਦੁਖੀਆ ਸਭ ਸੰਸਾਰ। ਹੋਰ ਮਤ ਨਾਲ ਸੰਬੰਧਿਤ ਸੀ, ਸਹਿਜ ਧਾਰੀ। ਉਹ ਪੁੱਛਣ ਲੱਗਾ ਕਿਸੇ ਗੁਰਸਿੱਖ ਨੂੰ, ਕਹਿੰਦਾ ਇਹ ਨਾਨਕ ਕਿਉਂ ਦੁਖੀਆ ਹੈ? ਉਹਨੇ ਸੋਚਿਆ ਵੀ ਨਾਨਕ ਦੁਖੀਆ ਸਭ ਸੰਸਾਰ, ਕਿ ਗੁਰੂ ਨਾਨਕ ਸਾਹਿਬ ਦੁਖੀ ਨੇ, ਕਿਉਂਕਿ ਉਹ ਦੁਖੀਆ ਤੇ ਵਿਸ਼ਰਾਮ ਲਾਉਂਦਾ ਸੀ। ਉਸ ਗੁਰਮੁਖ ਨੇ ਦੱਸਿਆ, ਭਾਈ ਗੁਰੂ ਨਾਨਕ ਸਾਹਿਬ ਤਾਂ ਦੁੱਖਾਂ ਨੂੰ ਕੱਟਣ ਵਾਲੇ ਐ, ਨਾਨਕ ਤੇ ਵਿਸ਼ਰਾਮ ਲੱਗਦਾ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਐ ਦੁਖੀਆ ਸਭ ਸੰਸਾਰ, ਕਿ ਸਾਰਾ ਸੰਸਾਰ ਦੁਖੀ ਹੈ। ਸਾਰੇ ਸੰਸਾਰ ਨੂੰ ਦੁੱਖ ਵਿਆਪ ਰਹੇ ਨੇ, ਆਪਣੇ ਕੀਤੇ ਕਰਮਾਂ ਦਾ ਭੋਗ ਹੈ। ਮੰਨੇ ਨਾਉ ਸੋਈ ਜਿਣ ਜਾਏ। ਪਾਤਸ਼ਾਹ ਕਹਿੰਦੇ ਆ ਅਖੀਰਲੀਆਂ ਪੰਕਤੀਆਂ 'ਚ, ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ 'ਚ ਮਨਨ ਕਰਦੇ ਹਨ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਮੰਨਦੇ ਹਨ, ਉਹ ਆਪਣੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਉਹ ਆਪਣੇ ਇਸ ਮਨੁੱਖੀ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਨੇ, ਜਿਹੜੇ ਪਰਮੇਸ਼ਰ ਦਾ ਨਾਮ ਮੰਨਦੇ ਨੇ ਹਿਰਦੇ ਵਿੱਚ। ਔਰੀ ਕਰਮ ਨ ਲਿਖੈ ਲਾਏ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਜਿਹੜੇ ਹੋਰ ਕਰਮ ਨੇ ਉਹ ਕਿਸੇ ਲੇਖੇ 'ਚ ਨਹੀਂ ਪੈਣੇ। ਕੇਵਲ ਵਾਹਿਗੁਰੂ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਹੀ ਲੇਖੇ 'ਚ ਪੈਣਾ, ਗੁਰੂ ਖਾਲਸਾ ਜੀ। ਬਾਕੀ ਕਰਮ ਤਾਂ ਜੀਰੋਆਂ ਨੇ, ਜੀਰੋਆਂ ਜਿੰਨੀਆਂ ਮਰਜ਼ੀ ਲਿਖ ਲਓ, ਜੇ ਪਹਿਲਾਂ ਇੱਕ ਨਹੀਂ ਲਿਖਿਆ ਤਾਂ ਉਹਨਾਂ ਜੀਰੋਆਂ ਦਾ ਕੋਈ ਮੁੱਲ ਨਹੀਂ। ਪਰਮੇਸ਼ਰ ਦਾ ਨਾਮ ਇਕਾਂਗ ਹੈ, ਬਾਕੀ ਦੇ ਕਰਮ ਨਾਲ ਜੀਰੋਆਂ ਲੱਗ ਕੇ ਲੁੜਦੇ ਜਾਣ ਤੇ ਉਹਨਾਂ ਦੀ ਅਹਿਮੀਅਤ ਹੈ। ਜੇ ਨਾਮ ਨਹੀਂ ਜਪਦੇ ਤਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਔਰੀ ਕਰਮ ਨਾ ਲੇਖੈ ਲਾਏ, ਹੋਰ ਕੋਈ ਵੀ ਕਰਮ ਜਿਹੜਾ ਉਹ ਲੇਖੇ ਵਿੱਚ ਨਹੀਂ ਲੱਗਣਾ। ਦੋਹਰਾ ਮਰਦਾਨੇ ਸੁਨ ਸ਼੍ਰੋਨ ਮੈਂ ਕਿਉ ਬਚਨ ਏ ਪਾਏ। ਸਤਿਗੁਰੂ ਜੀ ਨੇ ਜਦੋਂ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ, ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੁਣਿਆ। ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਰਬ ਸ਼ਬਦ ਕੋ ਅਰਥ ਅਬ ਦੀਜੈ ਹਮੇ ਸੁਨਾਏ। ਕਹਿਣ ਲੱਗੇ ਮਹਾਰਾਜ ਇਹ ਸ਼ਬਦ ਦੇ ਕਿਰਪਾ ਕਰਕੇ ਅਰਥ ਸਾਨੂੰ ਸੁਣਾਓ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਆਪ ਜੀ ਨੇ ਕਹਿ ਦਿੱਤਾ ਸਹੰਸਰ ਦਾਨ ਦੇ ਅੰਦਰ ਰੋਇਆ, ਪਰ ਇੰਦਰ ਰੋਇਆ ਕਿਉਂ? ਉਹਨੂੰ ਇਹ ਦਾਨ ਮਿਲਿਆ ਕਿਵੇਂ? ਸਹੰਸਰ ਹਜ਼ਾਰਾਂ ਭਗਾਂ ਉਹਦੇ ਤਨ ਤੇ ਕਿਵੇਂ ਹੋਈਆਂ? ਪਰਸ਼ੁਰਾਮ ਜੀ ਦੇ ਪਿਤਾ ਨੂੰ ਕਿਉਂ ਮਾਰਿਆ? ਸਹੰਸਰ ਬਾਹੂ ਨੇ। ਪਰਸ਼ੁਰਾਮ ਰੋਵੈ ਘਰ ਆਇਆ। ਮਹਾਰਾਜ ਜੀ ਕਿਰਪਾ ਕਰਕੇ ਇਸ ਸ਼ਬਦ ਦਾ ਵਿਸਥਾਰ ਕਰਕੇ ਇਸ ਪੰਕਤੀ ਦੇ ਇੱਕ ਇੱਕ ਪੰਕਤੀ ਵਿੱਚ ਜਿਹੜੀ ਇੱਕ ਇੱਕ ਵਿਥਿਆ ਹੈ ਉਹ ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ। ਸ਼ਬਦ ਦੀ ਵਿਆਖਿਆ ਸਾਨੂੰ ਸਰਵਣ ਕਰਾਓ। ਜੋ ਪਈ ਸ਼੍ਰੀ ਨਾਨਕ ਤਬ ਅਰਥ ਬਖਾਨੇ। ਸੁਣ ਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨਾ ਪੰਕਤੀਆਂ ਦੇ ਅਰਥ ਕਹੇ, ਸੁਣੋ ਜੀ। ਸਰਬ ਬਿਰਤੰਤ ਵਧਾਈ ਮਹਾਨੇ। ਮਹਾਰਾਜ ਜੀ ਨੇ ਸਾਰਾ ਬਿਰਤੰਤ ਜਿਹੜਾ ਉੱਪਰ ਦੱਸਿਆ ਉਹਦਾ ਵਿਸਥਾਰ ਕਰਕੇ ਦੱਸਿਆ ਹੈ। ਸਤ ਅਸਮੇਧ ਕਰਤ ਹੈ ਜੋ। ਮਹਾਰਾਜ ਜੀ ਕਹਿੰਦੇ ਇੰਦਰ ਦੀ ਪਦਵੀ ਵੀ ਪ੍ਰਾਪਤ ਹੁੰਦੀ ਹੈ। ਇੰਦਰ
ਜਿਹਨੇ ਸੈਂਕੜੇ ਯੱਗ ਅਸਵਮੇਧ ਯੱਗ ਕੀਤੇ ਸੰਸਾਰ ਦੇ ਵਿੱਚ, ਹੋਤ ਸੁਰਗ ਮੈਂ ਅਧਿਪਤ ਸੋ। ਉਹਨੂੰ ਸਵਰਗ ਦੇ ਵਿੱਚ ਅਧਿਪਤੀ ਯਾਨੀ ਕਿ ਇੰਦਰ ਦੀ ਪਦਵੀ ਪ੍ਰਾਪਤ ਹੋਈ। ਸੱਚੀ ਹੋਤ ਹੈ ਮਹਿਲਾ ਤਾਂ ਕੀ। ਔਰ ਇੱਕ ਸਚੀ ਨਾਮ ਦੀ ਅਪੱਛਰਾ ਹੈ, ਬਹੁਤ ਸੁੰਦਰ ਸਰੂਪ, ਉਹ ਰਾਜੇ ਇੰਦਰ ਦੀ ਪਤਨੀ ਹੈ। ਰਤਨ ਪਟੰਤਰ ਪੂਜੈ ਜਾਂ ਕੀ। ਔਰ ਕਹਿੰਦੇ ਇਤਨੀ ਸੁੰਦਰ ਹੈ ਕਿ ਕਾਮਦੇਵ ਦੀ ਜਿਹੜੀ ਪਤਨੀ ਰਤੀ ਹੈ ਉਹ ਵੀ ਉਸ ਸੱਚੀ ਦੇ ਬਰਾਬਰ ਨਹੀਂ ਹੈ। ਚੰਦ ਬਦਨ ਅਰਬਿੰਦ ਬਿਲੋਚਨ। ਚੰਦਰਮਾ ਜੈਸਾ ਮੁਖੜਾ ਤੇ ਕਮਲ ਜੈਸੇ ਸੁੰਦਰ ਨੇਤਰ ਹਨ। ਚਿਤਵਨ ਬਾਨ ਕਾਮ ਮਦ ਮੋਚਨ। ਔਰ ਚਿਤਵਨੀ ਦੇ ਨਾਲ ਹੀ ਜੀਵਾਂ ਦੇ ਹਿਰਦਿਆਂ ਵਿੱਚ ਮਨਮਥ ਪੈਦਾ ਕਰ ਦੇਵੇ। ਅਪਰ ਅਪਸਰਾ ਸੁੰਦਰ ਸਾਰੀ। ਜਿੱਥੇ ਸਚੀ ਨਾਮ ਦੀ ਅਪੱਛਰਾ ਇੰਦਰ ਦੇ ਪਾਸ ਹੈ, ਉਹਦੇ ਤੋਂ ਇਲਾਵਾ ਹੋਰ ਵੀ ਕਿਤਨੀਆਂ ਅਪੱਛਰਾਵਾਂ ਨੇ, ਜਿਨ੍ਹਾਂ ਪਛਰਾਵਾਂ ਸਹਿਤ ਰਾਜਾ ਇੰਦਰ ਸਵਰਗ ਦੇ ਵਿੱਚ ਰਾਜ ਭੋਗਦਾ ਹੈ। ਸਰਬ ਰਹੇ ਆਇਸ ਅਨੁਸਾਰੀ। ਔਰ ਪੁਰਾਣਕ ਮਤ ਦੇ ਅਨੁਸਾਰ ਜਿਹੜੀ ਇੰਦਰ ਦੀ ਪਦਵੀ ਹੈ, ਉਹਦੇ ਤੇ ਪਹੁੰਚ ਕੇ ਜਿਹੜਾ ਇੰਦਰ ਦੀ ਪਦਵੀ ਤੇ ਬੈਠਦਾ ਹੈ, ਜਿਤਨੇ 33 ਕਰੋੜ ਦੇਵਤੇ ਹਨ ਉਹਨਾਂ ਦਾ ਉਹਨੂੰ ਰਾਜਾ ਹੋਣ ਦਾ ਖਿਤਾਬ ਪ੍ਰਾਪਤ ਹੁੰਦਾ ਹੈ। ਔਰ ਜਿਤਨੀਆਂ ਪਛਰਾਵਾਂ ਸਵਰਗ ਦੇਵ ਦੇ ਵਿੱਚ ਜਿੰਨੇ ਦੇਵ ਕਹੇ ਜਾਂਦੇ ਨੇ, ਉਹ ਸਾਰੇ ਰਾਜੇ ਇੰਦਰ ਦੀ ਆਗਿਆ ਵਿੱਚ ਚੱਲਦੇ ਹਨ। ਤਿੰਨ ਇੱਕ ਸਮੇਂ ਭਿਖੀ ਰਿਖ ਨਾਰੀ। ਪਰ ਵੇਖੋ ਏਡੀ ਉੱਚੀ ਪਦਵੀ ਤੇ ਬੈਠਾ ਇੰਦਰ ਵੀ ਕੈਸਾ ਕਰੂਰ ਕਰਮੀ ਨਿਕਲਿਆ। ਉਸ ਕਰੂਰ ਕਰਮੀ ਨੇ ਕੀ ਕਰੂਰ ਕਰਮ ਹੋਇਆ ਉਹਦੇ ਪਾਸੋਂ ਸੁਣੋ। ਕਹਿੰਦੇ ਇੱਕ ਵਾਰ ਰਾਜੇ ਇੰਦਰ ਨੇ ਤਨ ਕੀ ਸੁਧ ਬੁੱਧ ਸਕਲ ਬਿਸਾਰੀ। ਗੌਤਮ ਰਿਸ਼ੀ ਦੀ ਘਰ ਵਾਲੀ ਸੀ ਅਹਿਲਿਆ। ਗੁਰਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ। ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ, ਜਿਸ ਨੂੰ ਵੇਖ ਕੇ ਇੰਦਰ ਲੁਭਾਏਮਾਨ ਹੋ ਗਿਆ। ਹਾਲਾਂਕਿ ਪਛਰਾਵਾਂ ਦਾ ਰਾਜਾ ਹੈ, ਉਹ ਸੁੰਦਰ ਸਰੂਪ ਪਛਰਾਵਾਂ ਇਹਦੇ ਪਾਸ ਨੇ, ਪਰ ਮਨੁੱਖ ਦਾ, ਕਿਉਂਕਿ ਹੈ ਤਾਂ ਇਹ ਦੇਵ ਕੋਟੀ ਜਿਹੜੀ ਹੈ, ਪੁੰਨ ਕਰਮਾ ਕਰਕੇ ਇੰਦਰ ਪਦਵੀ ਤੇ ਪਹੁੰਚਿਆ। ਗਿਆ ਤਾਂ ਇੱਥੋਂ ਹੀ ਆ ਨਾ, ਜਦੋਂ 100 ਯੱਗ ਕੀਤੇ ਅਸਵਮੇਧ ਤੇ ਇੰਦਰ ਪਦਵੀ ਨੂੰ ਪ੍ਰਾਪਤ ਹੋਇਆ। ਐਸੇ ਇੰਦਰ ਕਈ ਵਾਰੀ ਬਣਦੇ, ਕਈ ਵਾਰੀ ਬਿਰਸਦੇ ਹੈ। ਤੋ ਉਸ ਵਕਤ ਕਹਿੰਦੇ ਗੌਤਮ ਦੀ ਨਾਰ ਨੂੰ, ਇਸਤਰੀ ਨੂੰ, ਅਹਿਲਿਆ ਨੂੰ ਵੇਖ ਕੇ ਇਹਨੇ ਮਨ ਦੇ ਵਿੱਚ ਵਿਵਚਾਰ ਦੀ ਬਿਰਤੀ ਪੈਦਾ ਕੀਤੀ। ਉਹਦਾ ਸਰੂਪ ਵੇਖ ਕੇ ਡੋਲਿਆ। ਦੋਹਰਾ ਦੀਪਤ ਦੀਪ ਦੁਤੀ ਬਪ ਪਿਖੀ ਬਾਸਵ ਪਇਓ ਪਤੰਗ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਕਿ ਗੌਤਮ ਦੀ ਨਾਰ ਅਹਿਲਿਆ ਇੱਕ ਦੀਵੇ ਦੇ ਸਮਾਨ ਹੋ ਗਈ, ਔਰ ਇਹ ਭਮੱਕੜ ਬਣ ਕੇ ਇੰਦਰ ਉਸ ਦੀਵੇ ਵਿੱਚ ਸੜ ਮਰਨ ਨੂੰ ਤਿਆਰ ਹੋਇਆ। ਉਹ ਦੀਵੇ ਦੀ ਲਾਟ ਵੇਖ ਕੇ ਜਿਵੇਂ ਪਤੰਗੇ ਨਹੀਂ ਜਾਂਦੇ ਭਮੱਕੜ ਤੇ ਸੜ ਮੋਂਦੇ ਐ, ਏਦਾਂ ਗੌਤਮ ਦੀ ਘਰਵਾਲੀ ਨੂੰ ਵੇਖ ਕੇ ਇੰਦਰ ਭਮੱਕੜ ਬਣ ਕੇ ਉਹਦੇ ਵਿੱਚ ਸੜ ਮੋਣ ਨੂੰ ਤਿਆਰ ਹੋਇਆ। ਕਾਮ ਸਿੰਘ ਗਰਜਨ ਕਰਾ ਧੀਰਜ ਪਇਓ ਕੁਰੰਗ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਇੰਦਰ ਦੇ ਹਿਰਦੇ ਵਿੱਚ ਕਾਮ ਰੂਪੀ ਸ਼ੇਰ ਨੇ ਦਹਾੜਤ ਕੀਤੀ, ਗਰਜਿਆ, ਔਰ ਇਹਦੇ ਅੰਦਰ ਦਾ ਜਿਹੜਾ ਧੀਰਜ ਸੀ ਉਹ ਹਿਰਨ ਬਣ ਕੇ ਦੌੜ ਗਿਆ। ਵੇਖੋ ਕੈਸਾ ਸੁੰਦਰ ਅਲੰਕਾਰ ਮਹਾਕਵੀ ਜੀ ਬੰਨਦੇ ਐ। ਸ਼ੇਰ ਦੀ ਦਹਾੜ ਨਾਲ ਜਿਵੇਂ ਹਿਰਨ ਦੌੜ ਜਾਂਦੇ ਐ, ਕਹਿੰਦੇ ਕਾਮ ਰੂਪੀ ਸ਼ੇਰ ਦੀ ਦਹਾੜ ਜਦੋਂ ਹੋਈ ਨਾ ਇਹਦੇ ਅੰਦਰ, ਇੰਦਰ ਦੇ, ਇਹਦੇ ਹਿਰਦੇ ਦਾ ਜਿਹੜਾ ਧੀਰਜ ਰੂਪੀ ਹਿਰਨ ਸੀ ਉਹ ਦੌੜ ਗਿਆ, ਭੱਜ ਗਿਆ, ਧੀਰਜ ਨਾ ਰਿਹਾ ਇਹਦੇ ਅੰਦਰ। ਚੋਪਈ ਪਰਮ ਸਰੂਪ ਅਹਿਲਿਆ ਨਾਰੀ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਜ ਭਗ ਗਾਮੀ, ਪਾਤਸ਼ਾਹ ਦੇ ਬਚਨ ਨੇ। ਗੌਤਮ ਦੀ ਨਾਰ ਅਹਿਲਿਆ ਜੋ ਬਹੁਤ ਸੁੰਦਰ ਸਵਰੂਪ ਨਾਰੀ ਹੈ, ਮਨੋ ਨਿਪੁੰਨਤਾ ਦ੍ਰਹਨ ਦਿਖਾਰੀ। ਇਸ ਤਰ੍ਹਾਂ ਕਹਿ ਲਈਏ ਕਿ ਬ੍ਰਹਮਾ ਨੇ ਆਪਣੀ ਨਿਪੁੰਨਤਾ ਵਿਖਾਈ ਹੈ ਇਹਨੂੰ ਸਿਰਜ ਕੇ। ਜੈ ਬਿਲੋਕ ਸੁਰ ਨਰ ਪਰਮਾਏ। ਇਤਨੇ ਸੁੰਦਰ ਸਵਰੂਪ ਕਿ ਜਿਸ ਨੂੰ ਵੇਖ ਕੇ ਨਰ ਤਾਂ ਭਰਮਦੇ ਹੀ ਨੇ ਕਿ ਦੇਵਤੇ ਵੀ ਭਰਮ ਗਏ। ਜੋਗਨ ਜੋਗ ਹਿਰਦੇ ਬਿਸਰਾਏ। ਯੋਗੀਆਂ ਨੇ ਆਪਣੇ ਯੋਗ ਨੂੰ ਹਿਰਦੇ ਚੋਂ ਵਿਸਾਰ ਦਿੱਤਾ। ਮਗਵਾ ਬਦਿਓ ਨਿਹ ਤੈ ਡੋਰੀ। ਇਸੇ ਤਰ੍ਹਾਂ ਇੰਦਰ ਵੀ ਡੋਲ ਗਿਆ। ਮਗਵਾ ਕਹਿੰਦੇ ਨੇ ਇੰਦਰ ਨੂੰ। ਇੰਦਰ ਡੋਲ ਗਿਆ
ਔਰ ਉਹਦੇ ਨੇਹ ਦੇ ਵਿੱਚ ਉਹਦੀ ਮਮਤਾ ਦੀ ਮੋਹ ਦੀ ਰੱਸੀ ਨਾਲ ਬੰਨਿਆ ਗਿਆ, ਉਹਦਾ ਮੁੱਲ ਖਰੀਦਿਆ, ਗੁਲਾਮ ਹੋ ਗਿਆ। ਕੀਓ ਚੈਤਰਤੀ ਗੋਤਮ ਚੇਰੀ। ਇੰਦਰ ਨੇ ਮਨ ਦੇ ਵਿੱਚ ਵਿਭਚਾਰ ਦੀ ਬਿਰਤੀ ਰੱਖ ਕੇ ਗੌਤਮ ਦੀ ਘਰ ਵਾਲੀ ਅਹਿਲਿਆ ਨਾਲ ਸੰਬੰਧ ਜੋੜਨੇ ਚਾਹੇ। ਰਿਓ ਦੇਖ ਅਵਸਰ ਨਹਿ ਪਾਵੇ। ਕਾਮੀ ਬੰਦੇ ਨੂੰ ਇਕਾਂਤ ਚਾਹੀਦਾ ਹੁੰਦਾ ਹੈ। ਯੋਗੀ ਨੂੰ ਭਜਨ ਕਰਨ ਵਾਸਤੇ ਵੀ ਇਕਾਂਤ ਚਾਹੀਦਾ, ਕਾਮੀ ਨੂੰ ਵੀ ਇਕਾਂਤ ਚਾਹੀਦਾ, ਉਹ ਵੀ ਇਕਾਂਤ ਭਾਲਦਾ ਹੈ। ਪਰ ਦੋਨਾਂ ਦਾ ਫਰਕ ਵੇਖੋ। ਰੱਬ ਦਾ ਪਿਆਰਾ ਇਕਾਂਤ ਭਾਲਦਾ ਕਿ ਮੈਂ ਪਰਮੇਸ਼ਰ ਨਾਲ ਜੁੜ ਕੇ ਆਪਣੇ ਵਿਕਾਰਾਂ ਤੇ ਫਤਿਹ ਪ੍ਰਾਪਤ ਕਰਨੀ ਹੈ, ਤੇ ਭੋਗੀ ਮਨੁੱਖ, ਕਾਮੀ ਮਨੁੱਖ ਇਕਾਂਤ ਭਾਲਦਾ ਕਿ ਮੈਂ ਨਰਕ ਦੇ ਵਿੱਚ ਜਾ ਕੇ ਆਪਣੇ ਹੱਥੀਂ ਆਪਣਾ ਨਰਕ ਦਾ ਦਰਵਾਜ਼ਾ ਖੋਲ੍ਹਣਾ, ਇਸ ਵਿਸ਼ੇ ਵਿਕਾਰ ਦੀ ਵਾਸ਼ਨਾ ਨੂੰ ਭੋਗ ਕੇ। ਉਸ ਵਕਤ ਇਹਨੇ ਵੀ ਮਨ 'ਚ ਸੋਚਿਆ, ਪਰ ਇਹਨੂੰ ਅਵਸਰ ਨਹੀਂ ਮਿਲਦਾ, ਇਕਾਂਤ ਨਹੀਂ ਮਿਲਦਾ, ਕਿਉਂਕਿ ਗੌਤਮ ਰਿਸ਼ੀ ਹਮੇਸ਼ਾ ਘਰ ਵਿੱਚ ਰਹਿੰਦਾ। ਚਿੱਤੇ ਉਪਾਏ ਮਿਲਿਆ ਕਿਉਂ ਜਾਵੇ। ਉਪਾਅ ਚਿਤ ਵਧੈ, ਆਪਣੇ ਸਲਾਹਕਾਰ ਬਣਾ ਲਏ, ਚੰਦਰਮਾ ਨੂੰ ਸੱਦ ਲਿਆ, ਉਹਨੂੰ ਵੀ ਆਪਣਾ ਸਲਾਹਕਾਰ ਬਣਾ ਕੇ ਸੱਦ ਲਿਆ ਵੀ ਤੂੰ ਵੀ ਮੇਰੀ ਮਦਦ ਕਰਨੀ ਹੈ। ਉਹਨਾਂ ਨਾਲ ਰਲ ਮਿਲ ਕੇ ਸਲਾਹਾਂ ਕਰਦਾ ਵੀ ਕਿਵੇਂ ਜਾਵਾਂ। ਮਿਲ ਮੇ ਅੰਕ ਸੰਗ ਘਾਤ ਵਿਚਾਰੀ। ਚੰਦਰਮਾ ਨਾਲ ਮਿਲ ਕੇ ਇਹਨੇ ਇੱਕ ਵਿਉਂਤਬੰਦੀ ਕੀਤੀ, ਇੱਕ ਤਰਕੀਬ ਅਪਣਾਈ। ਗਮਨੇ ਅਰਧ ਰਾਤਰੀ ਛਲ ਤਾਰੀ। ਅੱਧੀ ਰਾਤ ਦਾ ਵੇਲਾ ਸੀ, ਅੱਧੀ ਰਾਤ ਨੂੰ ਛਲ ਦੀ ਬਿਰਤੀ ਧਾਰਨ ਕਰਕੇ ਗਿਆ। ਅਰਨ ਚੂੜ ਕੋ ਤਨ ਸ਼ਸ਼ ਪਇਓ। ਜਿਹੜਾ ਚੰਦਰਮਾ ਸੀ ਉਹਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ। ਕੁੱਕੜ ਦਾ ਰੂਪ ਧਾਰਨ ਕਰਕੇ ਵੀ ਮੈਂ ਬਾਂਗ ਦਿਆਂਗਾ ਤੇ ਗੌਤਮ ਰਿਸ਼ੀ ਸਮਝੇਗਾ ਵੀ ਅੰਮ੍ਰਿਤ ਵੇਲਾ ਹੋ ਗਿਆ ਤੇ ਇਸ਼ਨਾਨ ਕਰਨ ਚਲਾ ਜਾਏਗਾ। ਟਾਈਮ ਭਵੇਂ ਅੱਧੀ ਰਾਤ ਦਾ ਸੀ, ਉਸ ਵੇਲੇ ਤੂੰ ਆ ਜਾਵੀਂ, ਆਪਣੀ ਮਨਸਾ ਪੂਰੀ ਕਰ ਲਵੀਂ। ਤੋ ਇਸ ਪ੍ਰਕਾਰ ਨਾਲ ਚੰਦਰਮਾ ਨੂੰ ਆਪਣੇ ਨਾਲ ਮਿਲਾ ਕੇ ਉਹਨੂੰ ਕੁੱਕੜ ਦਾ ਰੂਪ ਧਾਰਨ ਕਰਵਾ ਕੇ ਲੈ ਆਇਆ। ਖਾਲਸਾ ਜੀ, ਇਹ ਪੁਰਾਣਕ ਕਥਾਵਾਂ ਹਨ, ਪੁਰਾਣਾਂ ਦੇ ਵਿੱਚ ਐਸੀਆਂ ਲਿਖੀਆਂ ਆਈਆਂ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਟੂਕ ਮਾਤਰ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਿਧਾਂਤ ਤੋਂ ਜਾਣਕਾਰੀ ਦੇਣੀ ਹੈ ਕਿ ਕਾਮ ਜੈਸੀਆਂ ਪ੍ਰਬਲ ਬਿਰਤੀਆਂ ਕਿਵੇਂ ਮਨੁੱਖ ਨੂੰ ਦੇਵਤੇ ਤੋਂ ਵੀ ਕਿਹੋ ਜਿਹੀ ਨੀਚ ਬਿਰਤੀ ਦਾ ਬਣਾ ਦਿੰਦੀਆਂ ਹਨ। ਸਿਧਾਂਤ ਸਮਝਣਾ ਹੈ। ਇਸ ਕਹਾਣੀ ਦੇ ਨਾਲ ਗੁਰਮਤਿ ਦਾ ਕੋਈ ਸੰਬੰਧ ਨਹੀਂ, ਕੇਵਲ ਪ੍ਰਮਾਣ ਵਜੋਂ ਵਰਤੀ ਹੈ, ਉਦਾਹਰਣ ਵਜੋਂ ਵਰਤੀ ਹੈ। ਉਦਾਹਰਣ ਵਜੋਂ ਤਾਂ ਵਰਤ ਰਹੇ ਨੇ ਵੀ ਕਿਵੇਂ ਪਾਪ ਕਰਮ ਕਰਕੇ ਉਹਨੂੰ ਵੀ ਦੁੱਖ ਭੋਗਣਾ ਪਿਆ। ਕਿੱਡੀ ਵੱਡੀ ਪਦਵੀ ਦਾ ਮਾਲਕ, ਸਵਰਗ ਦਾ ਰਾਜਾ ਹੈ। ਕਿਸੇ ਨੂੰ ਸੁਖੀ ਕਹਿਣਾ ਹੋਵੇ ਘਰ ਨੂੰ ਤੇ ਕਹਿੰਦੇ ਜੀ ਇਹ ਘਰ ਤਾਂ ਸਵਰਗ ਹੈ, ਤਾਂ ਬੰਦਾ ਸਵਰਗ 'ਚ ਵਸਦਾ ਹੈ, ਯਾਨੀ ਕਿ ਸਵਰਗ ਨੂੰ ਸੁੱਖ ਨਾਲ ਤਸਬੀਹ ਦਿੱਤੀ ਜਾਂਦੀ ਹੈ। ਉਹ ਜਿਹੜਾ ਸਵਰਗ ਦਾ ਰਾਜਾ ਸੀ, ਅੰਦਰ ਆਪਣੇ ਮਾੜੇ ਕਰਮ ਕਰਕੇ ਕਿਹੋ ਜਿਹੀ ਦਸ਼ਾ ਨੂੰ ਪ੍ਰਾਪਤ ਹੋਇਆ, ਗੱਲ ਇਹ ਇੱਥੇ ਸਮਝਣ ਯੋਗ ਹੈ। ਕਹਿੰਦੇ ਉਸ ਵਕਤ ਅਰਨ ਚੂੜ ਕੋ ਤਨ ਸ਼ਸ਼ ਭਇਓ। ਚੰਦਰਮਾ ਨੇ ਕੁੱਕੜ ਦਾ ਰੂਪ ਧਾਰਨ ਕਰ ਲਿਆ। ਜਾਏ ਸਮੀਪ ਸ਼ਬਦ ਨਿਜ ਕਹਿਓ। ਗੌਤਮ ਰਿਸ਼ੀ ਦਾ ਜਿੱਥੇ ਘਰ ਸੀ, ਆਸ਼ਰਮ ਸੀ, ਉੱਥੇ ਆ ਕੇ ਚੰਦਰਮਾ ਜਿਹੜਾ ਅਰਨ ਚੂੜ ਬਣ ਕੇ ਆਇਆ, ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ। ਗੌਤਮ ਲਖੀ ਭਈ ਅਬ ਪ੍ਰਾਤਾ। ਕੁੱਕੜ ਦੀ ਬਾਂਗ ਸੁਣ ਕੇ ਗੌਤਮ ਰਿਸ਼ੀ ਨੇ ਸੋਚਿਆ ਕਿ ਹੁਣ ਕੁੱਕੜ ਨੇ ਬਾਂਗ ਦਿੱਤੀ ਆ ਵੀ ਉੱਠਣ ਦਾ ਵੇਲਾ ਹੈ। ਮੱਜਨ ਕਰਨ ਚਲਾ ਅਧੀ ਰਾਤਾ। ਉਹ ਰੋਜ਼ਾਨਾ ਗੰਗਾ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਸੀ। ਅੱਧੀ ਰਾਤ ਨੂੰ, ਅੱਗੇ ਅੰਮ੍ਰਿਤ ਵੇਲੇ ਜਾਂਦਾ ਸੀ, ਅੱਜ ਅੱਧੀ ਰਾਤ ਨੂੰ ਇਸ਼ਨਾਨ ਕਰਨ ਪਹਿਲਾਂ ਹੀ ਚਲਾ ਗਿਆ। ਸੋਨਾ ਸੀਰ ਲਖ ਸ਼ੂਨ ਨਿਸ਼ੰਕਾ। ਔਰ ਇਧਰ ਜਦੋਂ ਇੰਦਰ ਨੇ ਵੇਖਿਆ ਵੀ ਘਰ ਹੁਣ ਸੁੰਨਾ ਹੈ, ਗੌਤਮ ਨਹੀਂ ਹੈ, ਮਿਲਿਓ ਅਹਿਲਿਆ ਕੋ ਭਾਰੇ ਅੰਕਾ। ਉਸ ਵੇਲੇ ਪਾਪ ਕਰਮ ਵਿੱਚ ਰੱਤ ਰੱਖ ਕੇ ਵਿਭਚਾਰੀ ਹੋ ਕੇ ਪਰ ਇਸਤਰੀ ਗਮਨ ਕਰਨ ਵਾਸਤੇ ਮਨ ਦੇ ਵਿੱਚ ਇੱਛਾ ਰੱਖ ਕੇ ਅਹਿਲਿਆ ਨੂੰ ਮਿਲਿਆ। ਹਰ ਕਿਉ ਅਧਿਕ ਕੇਲ ਕਰ ਲੀਨੋ। ਔਰ ਆਪਣੇ ਸੰਬੰਧ ਕਾਇਮ ਕੀਤੇ ਮਲੇਸ਼ ਨੇ। ਗੌਤਮ ਕੋ ਸੁਧ ਸੁਰ ਸਰ ਦੀਨੀ। ਉਧਰ ਗੌਤਮ ਰਿਸ਼ੀ ਜਦੋਂ ਗੰਗਾ ਤੇ ਗਿਆ, ਇਸ਼ਨਾਨ ਕੀਤਾ, ਤੇ ਗੰਗਾ ਕਹਿਣ ਲੱਗੀ ਵੀ ਗੌਤਮ ਜੀ ਅੱਜ ਤੁਸੀਂ ਪਹਿਲੋਂ ਹੀ ਆ ਗਏ, ਅੱਜ ਤਾਂ ਹਾਲੇ ਅੰਮ੍ਰਿਤ ਵੇਲੇ ਦਾ ਸਮਾਂ ਨਹੀਂ ਹੋਇਆ। ਉਧਰੋਂ ਉਹਨਾਂ ਨੂੰ ਖਬਰ ਹੋਈ, ਹਟਿਓ ਤਾਂ ਤੇਰੇ ਸਬੋ ਕੀਨੀ। ਉਹਨੂੰ ਸਾਰੀ ਕਰਤੂਤ ਪਤਾ ਲੱਗੀ ਵੀ ਇਹ ਕਰਤੂਤ ਇੰਦਰ ਦੀ ਹੈ ਤੇ ਚੰਦਰਮਾ ਨੇ ਰਲ ਕੇ ਕਰਤੂਤ ਕੀਤੀ ਹੈ।
ਕਹਿੰਦੇ ਵਾਪਸ ਆਇਆ ਬੜੇ ਰੋਸ ਦੇ ਵਿੱਚ, ਗੁੱਸੇ ਵਿੱਚ ਵਾਪਸ ਆਇਆ। ਸਤ ਮੰਨੂ ਅਵਲੋਕਿਓ ਜਬਈ। ਕਹਿੰਦੇ ਸਤ ਮੰਨੂ ਯਾਨੀ ਕਿ ਗੌਤਮ ਰਿਸ਼ੀ ਨੇ ਜਦੋਂ ਆ ਕੇ ਵੇਖਿਆ ਘਰ ਵਿੱਚ, ਕੋਪਿਕ ਰਿਖੀ ਸ਼ਰਾਪ ਦੀਏ ਤਬਈ। ਗੁੱਸੇ ਵਿੱਚ ਆ ਕੇ ਗੌਤਮ ਰਿਸ਼ੀ ਨੇ ਸ਼ਰਾਪ ਦਿੱਤਾ, ਹਿੱਲਿਆ ਨੂੰ ਆਖਿਆ ਤੂੰ ਪੱਥਰ ਬਣ ਕੇ ਪਈ ਜਾ, ਤੂੰ ਪੱਥਰ ਹੀ ਹੋ ਜਾ, ਸਿਲਾ ਹੀ ਹੋ ਜਾ। ਉਹ ਪੱਥਰ ਹੋ ਗਈ। ਔਰ ਇੰਦਰ ਨੂੰ ਸ਼ਰਾਪ ਦਿੱਤਾ, ਇੱਕ ਭੋਗ ਕਾਰਨ ਏਠਾਂ ਆਇਓ। ਕਹਿਣ ਲੱਗਾ ਇੱਕ ਭਗ ਕਾਰਨ ਤੂੰ ਇਸ ਜਗ੍ਹਾ ਤੇ ਆਇਆ ਸਵਰਗਪੁਰੀ ਵਿੱਚੋਂ ਇੰਦਰ। ਨਹੀਂ ਰਿਖਨ ਤੇ ਨੈਕ ਡਰਾਇਓ। ਤੈਨੂੰ ਮੇਰੇ ਵਰਗੇ ਰਿਸ਼ੀਆਂ ਦਾ ਵੀ ਡਰ ਨਹੀਂ, ਮੇਰੇ ਜੈਸੇ ਰਿਸ਼ੀ ਦਾ ਵੀ ਤੈਨੂੰ ਭੈ ਨਹੀਂ। ਭਗ ਸਹੰਸਰ ਰੋਵੇ ਤਨ ਤੇਰੇ। ਇੱਕ ਭਗ ਕਾਰਨ ਆਇਆ, ਜਾ ਤੇਰੇ ਸਰੀਰ ਤੇ ਐਸੀਆਂ ਸੈਂਕੜੇ ਭਗਾਂ ਹੋ ਜਾਣ ਤੇ ਤੂੰ ਰੋਂਦਾ ਫਿਰੇ, ਕੁਰਲਾਉਂਦਾ ਫਿਰੇ, ਕਿਤੇ ਮੂੰਹ ਵਿਖਾਣ ਜੋਗਾ ਨਾ ਰਵੇਂ। ਏਦਾਂ ਸ਼ਰਾਪ ਦਿੱਤਾ ਗੌਤਮ ਰਿਸ਼ੀ ਨੇ। ਪਇਓ ਸਰਾਪ ਨ ਜਾਵੇਂ ਡੇਰੇ। ਹੁਣ ਜਦੋਂ ਸ਼ਰਾਪ ਹੋ ਗਿਆ, ਇੱਕਦਮ ਸਾਰਾ ਸਰੀਰ ਭਗਾਂ ਦੇ ਚਿੰਨ੍ਹ ਹੋ ਗਏ ਸਰੀਰ ਤੇ, ਸੈਂਕੜਿਆਂ ਦੀ ਗਿਣਤੀ 'ਚ ਚਿਹਰੇ ਤੇ, ਹੱਥਾਂ ਤੇ, ਪੈਰਾਂ ਤੇ, ਤਨ ਦਾ ਕੋਈ ਹਿੱਸਾ ਖਾਲੀ ਨਾ ਰਿਹਾ। ਸੋਚਦਾ ਵੀ ਹੁਣ ਮੈਂ ਕੀ ਮੂੰਹ ਲੈ ਕੇ ਜਾਵਾਂ ਵਾਪਸ ਸਵਰਗਪੁਰੀ ਵਿੱਚ, ਕਿਵੇਂ ਜਾਵਾਂ ਇਹੋ ਜੀ ਦਸ਼ਾ ਨੂੰ ਪ੍ਰਾਪਤ ਹੋ ਕੇ। ਰੋਇਆ ਫਿਰ ਉਸ ਵੇਲੇ ਆਪਣੀ ਮਾੜੀ ਭੈੜੀ ਕਰਤੂਤ ਕਰਕੇ। ਅਤ ਕਰੂਪ ਤੇ ਬਨਾ ਸਰੀਰਾ। ਔਰ ਸਾਰਾ ਸਰੀਰ ਬਿਲਕੁਲ ਕੋਝਾ ਤੇ ਕਰੂਪ ਹੋ ਗਿਆ। ਚੰਦਰਮਾ ਨੂੰ ਸ਼ਰਾਪ ਦਿੱਤਾ, ਤੂੰ ਇਹਦੇ ਪਾਪ 'ਚ ਸ਼ਮੂਲੀਅਤ ਕੀਤੀ ਹੈ, ਜਾਓ ਕਲੰਕੀਆ, ਤੂੰ ਸਦਾ ਕਲੰਕੀ ਬਣ ਕੇ ਰਵੇਂ। ਕਹਿੰਦੇ ਚੰਦਰਮਾ ਦੇ ਉੱਤੇ ਜਿਹੜਾ ਕਲੰਕ ਲੱਗਾ, ਪੁਰਾਣਕ ਮੱਤ ਹੈ, ਪੁਰਾਣਕ ਕਥਾ ਵਿੱਚ ਆਉਂਦਾ ਵੀ ਉਹ ਕਲੰਕ ਗੌਤਮ ਰਿਸ਼ੀ ਨੇ ਸ਼ਰਾਪ ਦੇ ਕੇ ਇਹਨੂੰ ਲਾਇਆ ਹੈ। ਉਹ ਸ਼ਰਾਪ ਇਹਨੂੰ ਲੱਗਾ, ਉਹਨੂੰ ਵੀ ਇਹ ਸ਼ਰਾਪ ਹੋ ਗਿਆ। ਗੌਤਮ ਰਿਸ਼ੀ ਦਾ ਸ਼ਰਾਪ ਹੈ, ਤਪਸਵੀ ਸੀ। ਇੱਕ ਸ਼ਾਸਤਰ ਹੈ, ਉਸ ਸ਼ਾਸਤਰ ਦਾ ਕਰਤਾ ਹੈ ਗੌਤਮ ਰਿਸ਼ੀ। 6 ਸ਼ਾਸਤਰਾਂ ਵਿੱਚੋਂ ਏਡਾ ਵੱਡਾ ਵਿਦਵਾਨ ਸੀ। 6 ਸ਼ਾਸਤਰਾਂ ਚੋਂ ਇੱਕ ਸ਼ਾਸਤਰ ਦਾ ਗੁਰੂ ਹੈ ਗੌਤਮ ਰਿਸ਼ੀ। ਇਸ ਤਰ੍ਹਾਂ ਸ਼ਰਾਪ ਦਿੱਤਾ ਤੇ ਇੰਦਰ ਉਸ ਵੇਲੇ ਕਰੂਪ ਹੋ ਗਿਆ, ਸਾਰਾ ਤਨ ਉਹਦਾ ਕੋਝਾ ਹੋ ਗਿਆ। ਜਸ ਅਗ ਤਸ ਫਲ ਪਾਏ ਅਧੀਰਾ। ਜਿਹੋ ਜਿਹਾ ਪਾਪ ਕੀਤਾ ਸੀ ਉਹੋ ਜਿਹਾ ਫਲ ਭੋਗਣਾ ਪਿਆ। ਸੁਰਗਾਦਿਕ ਕੀ ਤਜ ਰਾਜਧਾਨੀ। ਸਵਰਗ ਆਦਿਕ ਆਪਣੀ ਜਿਹੜੀ ਰਾਜਧਾਨੀ ਸੀ, ਰਾਜਾ ਸੀ, ਪਰ ਆਪਣੀ ਸਵਰਗ ਦੀ ਰਾਜਧਾਨੀ ਇਹਨੂੰ ਛੱਡਣੀ ਪਈ। ਅਨੀ ਸੁਰਨ ਕੀ ਯੁੱਤ ਸੈਨਾਨੀ। ਔਰ ਜਿੰਨੀ ਦੇਵਤਿਆਂ ਦੀ ਸੈਨਾ ਸੀ ਕਾਰਤਕੇय ਦੇ ਸਮੇਤ, ਉਹ ਸਾਰੀ ਛੱਡਣੀ ਪਈ। ਗਮਨਿਓ ਜੈ ਜਲ ਹੁਤੋ ਵਿਸਾਲਾ। ਕਹਿੰਦੇ ਵਿਸ਼ਾਲ ਪਾਣੀ ਸੀ, ਦੂਰ ਤੱਕ ਫੈਲਾਓ ਸੀ, ਤਲਾਬ ਸੀ। ਕਮਲ ਨਾਲ ਮੈਂ ਦੂਰ ਤਤਕਾਲਾ। ਉੱਥੇ ਕਮਲ ਦੀ ਨਾਲ ਵਿੱਚ ਇੱਕ ਛੋਟਾ ਜਿਹਾ ਆਕਾਰ ਬਣਾ ਕੇ ਉਹਦੇ ਵਿੱਚ ਲੁਕ ਰਿਹਾ ਵੀ ਮੈਨੂੰ ਕੋਈ ਵੇਖੇ ਨਾ। ਉਸ ਨਾਲ ਦੇ ਵਿੱਚ ਸਿਰਾਂ ਤਾਈਂ ਰੋਂਦਾ ਰਿਹਾ। ਇਹ ਸ਼ਰਾਪ ਕਰਕੇ ਸ਼ਰਾਪਤ ਰਿਹਾ। ਬਾਅਦ ਵਿੱਚ ਫਿਰ ਇਹਨੇ ਆਰਾਧਨਾ ਕੀਤੀ, ਉਸ ਸ਼ਰਾਪ ਤੋਂ ਮੁਕਤ ਹੋਇਆ। ਉਹ ਲੰਮੀ ਕਥਾ ਹੈ, ਪਰ ਆਪਣੇ ਮਾੜੇ ਭੈੜੇ ਕਰਮ ਕਰਕੇ ਉਹਨੂੰ ਇਸ ਦੁੱਖ ਕਰਕੇ ਦੁਖੀ ਹੋਣਾ ਪਿਆ, ਰੋਣਾ ਪਿਆ। ਇੰਦਰ ਦੀ ਪਦਵੀ ਤੋਂ ਖਾਰਜ ਹੋ ਕੇ ਕਮਲ ਦੀ ਨਾਲ ਵਿੱਚ ਲੁਕ ਕੇ ਰਹਿਣਾ ਪਿਆ। ਲੋਹਰਾ ਲੱਜਿਤ ਹੋਏ ਰੋਇਓ ਤਬੇ ਭਗ ਸਹੰਸਰ ਤਨ ਪਾਏ। ਲੱਜਤ ਹੋ ਕੇ ਰੋਇਆ, ਸ਼ਰਮਸਾਰ ਹੋ ਕੇ ਰੋਇਆ। ਇਹ ਆਪਣੇ ਕਰਮ ਨੇ। ਕਰਮ ਕਰਮ ਫੀਟ ਸਰੀ। ਮਹਾਰਾਜ ਭਗਤ ਤਰਲੋਚਨ ਜੀ ਦੱਸਦੇ ਆ, ਕਰਮਾਂ ਦੀ ਖੇਡ ਹੈ ਸਾਰੀ। ਨਾਰਾਇਣ ਨੰਦ ਸਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਉਹਦੇ 'ਚ ਕਿਤਨੇ ਪ੍ਰਮਾਣ ਦਿੱਤੇ ਹਨ। ਤੋ ਇਸ ਪ੍ਰਕਾਰ ਨਾਲ ਆਪਣੇ ਕੋਝੇ ਕਰਮ ਕਰਕੇ ਇਹਨੂੰ ਸ਼ਰਮਿੰਦਾ ਹੋਣਾ ਪਿਆ। ਸਰੀਰ ਤੇ ਅਨੇਕਾਂ ਹੀ ਚਿੰਨ੍ਹ ਤੇ ਨਿਸ਼ਾਨੀਆਂ ਹੋ ਗਈਆਂ। ਪਰਸਰਾਮ ਕੀ ਅਬ ਕਥਾ ਦੇ ਸੋ ਤੁਮੇ ਸੁਨਾਏ। ਇਹ ਤੇ ਸੀ ਇੰਦਰ ਦੀ ਕਥਾ, ਜਿਹੜੀ ਪਹਿਲੀ ਪੰਕਤੀ ਆਈ ਨਾ ਸਹੰਸਰ ਦਾਨ ਦੇ ਅੰਦਰ ਰਵਾਇਆ, ਉਹਦੀ ਵਿਆਖਿਆ। ਅੱਗੇ ਦੂਸਰੀ ਪੰਕਤੀ ਆ, ਪਰਸਰਾਮ ਰੋਵੈ ਘਰ ਆਇਆ। ਮਹਾਰਾਜ ਜੀ ਕਹਿੰਦੇ ਹੁਣ ਪਰਸਰਾਮ ਦੀ ਵੀ ਸੁਣੋ, ਉਹ ਕਿਵੇਂ ਆਪਣੇ ਘਰ ਆ ਕੇ ਰੋਇਆ। ਹਾਂਜੀ। ਚੋਪਈ ਸਹਸਰ ਬਾਉ ਪੂਪਤ ਇੱਕ ਭਇਓ। ਇੱਕ ਰਾਜਾ ਸੀ, ਉਸ ਰਾਜੇ ਦਾ ਨਾਮ ਸੀ ਸਹੰਸਰ ਬਾਹੂ। 1000 ਬਾਹਾਂ ਵਾਲਾ ਰਾਜਾ ਸੀ, ਬੜਾ ਬਲੀ ਰਾਜਾ ਸੀ। ਸਹੰਸਰ ਬਾਹੂ ਉਹਦਾ ਨਾਮ ਹੈ। ਸਰਬ ਦਿਗ ਵਿਜੇ ਜੈ ਚਿਤ ਕਯੋ। ਏਡਾ ਵੱਡਾ ਰਾਜਾ ਸੀ ਕਿ ਸਹੰਸਰ ਬਾਹੂ ਨੇ
ਸਾਰੀਆਂ ਦਿਸ਼ਾਵਾਂ ਜਿੱਤ ਲੀਆਂ ਆਲੇ ਦੁਆਲੇ ਦੀਆਂ, ਦਿਗ ਵਿਜੇ ਹੋ ਗਿਆ। ਰਿਖੀ ਜਮਦਗਮ ਸ਼ਰਮ ਇੱਕ ਕਾਲਾ। ਇੱਕ ਰਿਸ਼ੀ ਸੀ, ਉਸ ਰਿਸ਼ੀ ਦਾ ਨਾਮ ਸੀ ਜਮਦਗਨ ਰਿਸ਼ੀ, ਜਮਦਗਨੀ। ਜਮਦਗਨ ਰਿਸ਼ੀ ਜੀ ਬੜੇ ਤਪਸਵੀ ਸਨ, ਰਿਸ਼ੀ ਸੀ। ਹੁਣ ਰਿਸ਼ੀ ਜਮਦਗਨ ਦੀ ਘਰਵਾਲੀ ਤੇ ਸਹੰਸਰ ਬਾਹੂ ਦੀ ਘਰਵਾਲੀ ਦੋਵੇਂ ਸਕੀਆਂ ਭੈਣਾਂ ਸਨ। ਸੰਬੰਧ ਕਰਕੇ ਦੋਵੇਂ ਆਪਸ ਵਿੱਚ ਸਾਂਢੂ ਲੱਗਦੇ ਸਨ। ਸਿਵਰ ਕੀਨ ਸੰਗ ਸੈਨ ਵਿਸਾਲਾ। ਇੱਕ ਵਾਰ ਸਹੰਸਰ ਬਾਹੂ ਆਪਣੀ ਸੈਨਾ ਸਮੇਤ ਆਪਣੇ ਸੰਬੰਧੀ ਦੇ ਘਰ ਵਿੱਚ ਆਇਆ, ਜਿੱਥੇ ਜਮਦਗਨ ਰਿਸ਼ੀ ਦਾ ਆਸ਼ਰਮ ਸੀ, ਉੱਥੇ ਆਇਆ ਤੇ ਆ ਕੇ ਨਿਵਾਸ ਕੀਤਾ। ਰਿਖ ਕੀਨੀ ਨ੍ਰਿਪ ਕੀ ਪਹੁਨਾਈ। ਰਿਸ਼ੀ ਨੇ ਵੇਖਿਆ ਵੀ ਘਰ 'ਚ ਪ੍ਰਾਹੁਣਾ ਆਇਆ ਤੇ ਉਹ ਨਾਲੇ ਮੇਰਾ ਸੰਬੰਧੀ ਵੀ ਹੈ, ਉਹਨੇ ਬੜੀ ਸੇਵਾ ਕੀਤੀ। ਜਮਦਗਨ ਰਿਸ਼ੀ ਜੀ ਨੇ ਬਹੁਤ ਸੇਵਾ ਟਹਿਲ ਕੀਤੀ। ਕਾਮ ਤੇਨ ਤਬ ਲੀਨ ਮੰਗਾਈ। ਹੁਣ ਉਹ ਰਿਸ਼ੀ ਸੀ ਤੇ ਰਾਜੇ ਦੇ ਨਾਲ ਫੌਜਾਂ ਬਹੁਤ, ਰਿਸ਼ੀ ਦਾ ਨਿੱਘਾ ਜਿਹਾ ਆਸ਼ਰਮ ਹੈ, ਸਾਰਿਆਂ ਨੂੰ ਖਾਣਾ ਪਾਣੀ ਸੇਵਾ ਕਰਨੀ ਕਿਵੇਂ ਕਰੇ। ਜਮਦਗਨ ਰਿਸ਼ੀ ਜੀ ਨੇ ਆਪਣੀ ਪਹੁੰਚ ਕਰਕੇ ਸਵਰਗਪੁਰੀ ਚੋਂ ਕਾਮਧੇਨ ਗਊ ਮੰਗਾ ਲਈ, ਕਿਉਂਕਿ ਰਿਸ਼ੀ ਸਨ। ਸਵਰਗ ਦੇ ਵਿੱਚੋਂ ਉਧਾਰੀ ਮੰਗ ਲਈ ਕਾਮਧੇਨ ਗਊ ਕਿ ਮੈਂ ਆਪਣੀ ਲੋੜ ਪੂਰੀ ਕਰਕੇ ਤੈਨੂੰ ਵਾਪਸ ਕਰ ਦਿਆਂਗਾ। ਕਾਮਧੇਨ ਗਊ ਮੰਗਾ ਕੇ ਉਸ ਕਾਮਧੇਨ ਗਊ ਦੇ ਕੋਲੋਂ ਜੋ ਇੱਛਾ ਕੀਤੀ ਪਦਾਰਥ ਮਿਲੀ ਗਏ, ਸਾਰਿਆਂ ਨੂੰ ਛਕਾ ਦਿੱਤੇ, ਸਹੰਸਰ ਬਾਹੂ ਨੂੰ ਵੀ ਖਵਾ ਦਿੱਤੇ। ਜੋ ਕਛ ਚਾਹ ਸੋ ਤਹਿ ਤੇ ਪਾਵਾ। ਜੋ ਕੁਝ ਇੱਛਾ ਕੀਤੀ ਕਾਮਧੇਨ ਗਊ ਦੇ ਕੋਲੋਂ ਪ੍ਰਾਪਤ ਹੋ ਗਈ। ਰੁਚਿ ਅਨੁਸਾਰ ਅਸਨ ਸਭ ਖਾਵਾ। ਰੁਚੀ ਦੇ ਅਨੁਸਾਰ ਸਾਰਿਆਂ ਨੂੰ ਭੋਜਨ ਮਿਲ ਗਿਆ। ਸਹੰਸਰ ਬਾਹੂ ਹੈਰਾਨ ਹੋਈ ਜਾਵੇ ਕਿ ਨਿੱਕੀ ਜੀ ਕੁਟੀਆ ਚੋਂ ਕਿੱਥੋਂ ਕੱਢ ਲਿਆਈ ਜਾਂਦਾ, ਸਾਰਿਆਂ ਨੂੰ ਖਵਾਈ ਜਾਂਦਾ। ਮੇਰੇ ਨਾਲ ਤਾਂ ਸੈਂਕੜੇ ਗਿਣਤੀ 'ਚ ਫੌਜਾਂ ਨੇ, ਸਾਰੇ ਹੀ ਰਜਾ ਦਿੱਤੇ ਨੇ, ਸਾਰੇ ਹੀ ਤ੍ਰਿਪਤ ਕਰ ਦਿੱਤੇ ਨੇ। ਉਹ ਹੈਰਾਨ ਹੋਇਆ। ਤੇਨ ਪ੍ਰਭਾਵ ਦੇਖ ਤੈ ਕਾਲਾ। ਉਹਨੇ ਪੁੱਛਿਆ ਜਮਦਗਨ ਰਿਸ਼ੀ ਜੀ ਇਹ ਸਭ ਕੁਝ ਕਿੱਥੋਂ ਆ ਰਿਹਾ? ਉਹਨੇ ਆਖਿਆ ਜੀ ਇਹ ਮੇਰੇ ਕੋਲ ਕਾਮਧੇਨ ਗਊ ਹੈ, ਸਵਰਗ ਚੋਂ ਮੈਂ ਮੰਗ ਕੇ ਲਿਆਇਆ। ਜਦੋਂ ਕਾਮਧੇਨ ਗਊ ਸਹੰਸਰ ਬਾਹੂ ਨੇ ਵੇਖੀ, ਲੀਨ ਕਾਮਨਾ ਕੀਨ ਪੁਆਲਾ। ਕਹਿਣ ਲੱਗਾ ਜਮਦਗਨ ਰਿਸ਼ੀ ਨੂੰ ਵੀ ਇਹ ਗਊ ਤੂੰ ਮੈਨੂੰ ਦੇ ਦੇ, ਇਹਦਾ ਮੇਰੇ ਵਰਗੇ ਰਾਜਿਆਂ ਕੋਲ ਹੋਣੀ ਚਾਹੀਦੀ ਹੈ। ਉਸ ਵੇਲੇ ਕਹਿੰਦੇ ਉਹਦੇ ਕੋਲੋਂ ਗਊ ਦੀ ਮੰਗ ਕੀਤੀ। ਲੱਖ ਕੋ ਦ੍ਰਿਸ਼ਟ ਤੈ ਛਿਨ ਮੁਨੀ ਰਾਈ। ਜਮਦਗਨ ਰਿਸ਼ੀ ਨੇ ਆਖਿਆ ਸਹੰਸਰ ਬਾਹੂ ਇਹ ਮੇਰੀ ਨਹੀਂ ਕਿ ਮੈਂ ਤੈਨੂੰ ਦੇ ਦਿਆਂ, ਇਹ ਤਾਂ ਮੈਂ ਆਪ ਉਧਾਰੀ ਮੰਗ ਕੇ ਲਿਆਇਆ, ਸਵਰਗਪੁਰੀ ਦੀ ਅਮਾਨਤ ਹੈ, ਵਾਪਸ ਭੇਜਣੀ ਹੈ। ਪਰ ਇਹਨੇ ਹੁਣ ਖੋਟੀ ਬਿਰਤੀ ਨਾਲ ਖੋਹਣ ਦਾ ਯਤਨ ਕੀਤਾ। ਜਦੋਂ ਜਮਦਗਨ ਰਿਸ਼ੀ ਨੇ ਵੇਖਿਆ ਵੀ ਹੁਣ ਇਹ ਖੋਵੇਗਾ, ਪਠਣ ਸੁਰਗ ਕੋ ਤੇਨ ਉਡਾਈ। ਕਹਿੰਦੇ ਉਹਨੇ ਕਾਮਧੇਨ ਗਊ ਉਡਾ ਦਿੱਤੀ, ਸਵਰਗ ਨੂੰ ਵੀ ਜਾ ਵਾਪਸ ਚਲੀ ਜਾ। ਜਦੋਂ ਉਡਾਈ ਤੇ ਇਹਨੇ ਉਹਦੇ ਪੈਰ ਦੇ ਵਿੱਚ ਤੀਰ ਮਾਰਿਆ। ਗਊ ਦੇ ਜਦੋਂ ਪੈਰ 'ਚ ਤੀਰ ਵੱਜਾ ਖੁਰ ਦੇ ਵਿੱਚ, ਉਹਦੇ 'ਚ ਖੂਨ ਦੀ ਧਾਰ ਜ਼ਮੀਨ ਤੇ ਆਈ। ਪੁਰਾਣਕ ਖਿਆਲ ਹਨ ਕਿ ਉਸੇ ਖੂਨ ਤੋਂ ਤਮਾਕੂ ਦੀ ਜਿਹੜੀ ਬੂਟੀ ਜਗਤ ਜੂਠ ਦੀ ਉਹ ਪੈਦਾ ਹੋਈ। ਇਤਨੀ ਮਾੜੀ ਅਪਵਿੱਤਰ ਹੈ, ਇਤਨੀ ਭੈੜੀ ਵਸਤੂ ਹੈ ਇਹ ਜਗਤ ਜੂਠ ਤਮਾਕੂ। ਖੈਰ ਕਹਿੰਦੇ ਉਸ ਵਕਤ ਉਹ ਆਕਾਸ਼ ਨੂੰ ਉੱਡ ਗਈ। ਸਹੰਸਰ ਬਾਹੂ ਨੂੰ ਵੇਖ ਕੇ ਬੜਾ ਗੁੱਸਾ ਆਇਆ। ਤ੍ਰਿਪਤ ਕੁਮਤ ਮਨ ਮੈਂ ਇਉ ਠਾਨਾ। ਸਹੰਸਰ ਬਾਹੂ ਰਾਜੇ ਨੇ ਖੋਟੀ ਮਤ ਕਰਕੇ ਆਪਣੇ ਹਿਰਦੇ 'ਚ ਕ੍ਰੋਧ ਧਾਰਨ ਕੀਤਾ। ਮੁਨੀਵਰ ਕੇ ਕੀਨੇ ਹੱਥ ਪ੍ਰਾਨਾ। ਇਹਨੇ ਉਸ ਵੇਲੇ ਰਿਸ਼ੀ ਜਮਦਗਨ ਨੂੰ ਮਾਰ ਕੇ ਕਤਲ ਕਰ ਦਿੱਤਾ। ਉਸੇ ਵੇਲੇ ਤਲਵਾਰ ਨਾਲ ਉਹਨੂੰ ਵੱਢ ਦਿੱਤਾ ਵੀ ਤੂੰ ਮੇਰੀ ਗੱਲ ਨਹੀਂ ਮੰਨੀ, ਮੇਰੇ ਸਾਹਮਣੇ ਅੜੀ ਕੀਤੀ। ਉਹਦੇ ਘਰ ਵਿੱਚ ਹੀ ਉਹਨੂੰ ਮਾਰ ਦਿੱਤਾ, ਕੱਟ ਦਿੱਤਾ। ਪਤ ਕੋ ਦੇਖ ਰੇਣੁਕਾ ਨਾਰੀ। ਇਹ ਵਾਪਸ ਚਲਾ ਗਿਆ ਸਹੰਸਰ ਬਾਹੂ। ਜਿਹੜੀ ਜਮਦਗਨ ਰਿਸ਼ੀ ਦੀ ਘਰ ਵਾਲੀ ਸੀ ਉਹਦਾ ਨਾਮ ਸੀ ਰੇਣੁਕਾ। ਜਦੋਂ ਰੇਣੁਕਾ ਨੇ ਵੇਖਿਆ, ਪਰਸ਼ੁਰਾਮ ਦੀ ਮਾਤਾ ਸੀ, ਜਮਦਗਨ ਰਿਸ਼ੀ ਦੀ ਘਰ ਵਾਲੀ ਹੈ, ਉਹਨੇ ਜਦੋਂ ਪਤੀ ਦੀ ਹੱਤਿਆ ਹੋਈ ਵੇਖੀ, ਬਹੁਤ ਬਿਰਲਾਪ ਤੇ ਉੱਚ ਪੁਕਾਰੀ। ਉਹਨੇ ਬੜਾ ਬਿਰਲਾਪ ਕੀਤਾ ਤੇ ਬਿਰਲਾਪ ਕਰਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਵੈਣ ਪਾਏ। ਸਪਤ ਤੇ ਹੱਥੜ ਹਨ ਕਰ ਦੇਹੀ। ਉਹਨੇ ਆਪਣੀ ਦੇਹ ਤੇ 7 ਵਾਰੀ ਤਿਹੱਥੜੇ ਮਾਰੇ, ਯਾਨੀ ਕਿ ਇੱਕ ਵਾਰੀ ਤਿੰਨ ਵਾਰੀ ਸਿਰ ਦੇ ਵਿੱਚ 2-2 ਹੱਥ ਮਾਰੇ ਪਿੱਟਣ ਵਾਸਤੇ, ਫਿਰ ਛਾਤੀ ਤੇ ਮਾਰੇ, ਫਿਰ ਪੱਟਾਂ ਤੇ ਮਾਰੇ। ਏਦਾਂ ਤਿਹੱਥੜੇ
ਇਹਨੇ ਸਰੀਰ ਦੇ ਉੱਤੇ 3-3 ਵੇਰੀ ਮਾਰੇ। ਸੁਤ ਕੋ ਸਿਮਰ ਬੁਲਾਇਓ ਤੇਹੀ 21 ਵੇਰੀ ਤੇ ਹੱਥੜੇ ਹੋ ਗਏ। ਤੇ ਫਿਰ ਆਪਣੇ ਪੁੱਤਰ ਨੂੰ ਯਾਦ ਕਰਕੇ, ਕਿਉਂਕਿ ਪਰਸਰਾਮ ਜੀ ਵਨ ਵਿੱਚ ਜੰਗਲ 'ਚ ਤਪ ਕਰ ਰਹੇ ਸੀ, ਉਹਨਾਂ ਨੂੰ ਇਹਦੇ ਬਾਰੇ ਨਹੀਂ ਸੀ ਪਤਾ ਕਿ ਮੇਰੇ ਘਰ ਦੇ ਵਿੱਚ ਮੇਰੇ ਪਿਤਾ ਦੀ ਹੱਤਿਆ ਹੋ ਗਈ। ਜਦੋਂ ਉਹਨਾਂ ਨੂੰ ਸੁਨੇਹਾ ਮਿਲਿਆ ਤੇ ਉਹ ਘਰ ਆਏ। ਤਪ ਇਤੇ ਅਪਰ ਜੋ ਥਾਨ ਸਿਧਾਵਾ ਪਰਸਰਾਮ ਜੀ ਤਪਸਵੀ ਸਨ, ਉਹ ਆਪਣੇ ਤਪ ਦੇ ਵਿੱਚ ਵਲੀਨ ਸਨ। ਤਤ ਛਿਨ ਮਾਤ ਨਿਕਟ ਚਲ ਆਵਾ ਜਦੋਂ ਖਬਰ ਹੋਈ, ਮਾਤਾ ਦੀ ਆਵਾਜ਼ ਪਹੁੰਚੀ ਤੇ ਛੇਤੀ ਨਾਲ ਘਰ ਆਏ। ਪਿਤ ਕੋ ਮਰਨ ਦੇਖ ਅਕੁਲਾਇਓ ਅੱਗੇ ਆਪਣੇ ਪਿਤਾ ਦੀ ਲਾਸ਼ ਪਈ ਵੇਖੀ ਤੇ ਵੇਖ ਕੇ ਪਰਸ਼ੂਰਾਮ ਜੀ ਬੜੇ ਕ੍ਰੋਧ ਵਿੱਚ ਆਏ। ਹੋਏ ਕ੍ਰੋਧ ਮੈਂ ਬਚਨੀ ਅਲਾਇਓ ਔਰ ਕ੍ਰੋਧ ਵਿੱਚ ਆ ਕੇ ਬੋਲੇ ਪਰਸ਼ੂਰਾਮ ਜੀ, ਸੁਨੋ ਮਾਤ ਤੈਂ 21 ਸਵਾਰੇ ਕਹਿਣ ਲੱਗਾ, ਹੇ ਮਾਤਾ, ਤਾਂ 21 ਵੇਰੀ ਸਰੀਰ ਦੇ ਉੱਤੇ ਆਪਣੇ ਸਰੀਰ ਨੂੰ ਪਿੱਟਣਾ ਕੀਤਾ। ਪੀਰਾਂ ਦੀ ਤਨ ਹਾਥ ਪ੍ਰਹਾਰੇ ਕਿਉਂਕਿ 7 ਤੀਆ 21 ਕਰਕੇ ਇਸ ਪ੍ਰਕਾਰ ਨਾਲ ਗਿਣਤੀ ਹੋਈ। ਕਹਿੰਦਾ 21 ਵੇਰੀ ਤੂੰ ਆਪਣੇ ਤਨ ਨੂੰ ਪਿੱਟਿਆ ਹੈ। ਸਤ ਪਛਾਨ ਅਬੇ ਪ੍ਰਣ ਮੋਰਾ ਮੇਰਾ ਹੁਣ ਪ੍ਰਣ ਹੈ, ਮੇਰਾ ਇਹ ਪ੍ਰਣ ਸਤ ਕਰਕੇ ਜਾਣ ਲਵੀ ਮਾਤਾ। ਛਤਰੀ ਛੋਡੋ ਨੇ ਕਿਤ ਠੌਰਾ ਮੈਂ ਇਸ ਧਰਤੀ ਦੇ ਉੱਤੇ 21 ਵਾਰ ਛਤਰੀਆਂ ਨੂੰ ਮਾਰ ਕੇ ਸਮਾਪਤ ਕਰਾਂਗਾ। ਪਰਸ਼ੂਰਾਮ ਨੇ ਕੁਹਾੜਾ ਚੁੱਕ ਲਿਆ, ਮੋਢੇ ਤੇ ਰੱਖ ਲਿਆ। ਉਸ ਕੁਹਾੜੇ ਨਾਲ ਹੀ ਵੱਢ ਵੱਢ ਕੇ 21 ਵਾਰ ਛਤਰੀ ਖਤਮ ਕੀਤੇ ਪਰਸ਼ੂਰਾਮ ਜੀ ਨੇ। ਉਹਨੇ ਪ੍ਰਣ ਕੀਤਾ, ਕਹਿੰਦਾ ਮੈਂ ਪ੍ਰਣ ਕਰਦਾ ਹਾਂ ਕਿ ਮੈਂ 21 ਵਾਰ ਛਤਰੀ ਇਸ ਧਰਤੀ ਤੋਂ ਮੁਕਾਵਾਂਗਾ। 21 ਬਾਰ ਨਿਛਤਰੀ ਧਰਨੀ ਇਹ ਧਰਤੀ 21 ਵਾਰ ਮੈਂ ਛਤਰੀਆਂ ਤੋਂ ਬਿਨਾਂ ਕਰ ਦੇਵਾਂਗਾ। ਅਤ ਸੰਗਰਾਮ ਕਰੋ ਬਲ ਕਰਨੀ ਔਰ ਸੰਗਰਾਮ ਕਰਕੇ ਪੂਰੇ ਬਲ ਨਾਲ ਮਾਰਾਂਗਾ। ਹੱਸ ਕਹਿ ਕਰ ਸੰਭਾਰ ਕੁਠਾਰਾ ਇਹ ਤਾਂ ਕਹਿ ਕੇ ਕੁਹਾੜਾ ਸਾਂਭ ਲਿਆ ਪਰਸ਼ੂਰਾਮ ਜੀ ਨੇ। ਮਨੋ ਵੀਰ ਰਸ ਤਨ ਕੋ ਤਾਰਾ ਮਾਨੋ ਵੀਰ ਰਸ ਨਹੀਂ ਤਨ ਧਾਰਨ ਕਰ ਲਿਆ। ਕਲਗੀਧਰ ਸਵਾਮੀ ਜੀ ਨੇ ਜਿਹੜੇ 24 ਅਵਤਾਰਾਂ ਦੀ ਕਥਾ ਲਿਖੀ ਹੈ, ਸ਼੍ਰੀ ਦਸਮ ਗ੍ਰੰਥ ਸਾਹਿਬ ਚ ਪਰਸ਼ੂਰਾਮ ਜੀ ਦਾ ਵੀ ਅਵਤਾਰ ਲਿਖਿਆ ਹੈ। ਉਹਨਾਂ ਦੀ ਸਾਰੀ ਵਿਥਿਆ ਵਿਸਥਾਰ ਸਹਿਤ ਇਹ ਜਿਹੜੀ ਕਥਾ ਆ ਰਹੀ ਹੈ, ਲਿਖੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬਚਨ ਆਇਆ, ਪਰਸ਼ੁਰਾਮ ਰੋਵੈ ਘਰ ਆਇਆ, ਤੇ ਵਿਆਖਿਆ ਜ਼ਰੂਰੀ ਹੈ। ਹੁਣ ਕੋਈ ਆਖੇ ਜੀ ਤਾਂ ਹਿੰਦੂ ਧਰਮ ਦੀਆਂ ਕਥਾਵਾਂ ਨੇ ਜੀ, ਸਾਡੇ 'ਚ ਇਤਨੀ ਜ਼ਿਆਦਾ ਸੰਕੀਰਣਤਾ ਆ ਗਈ ਹੈ। ਇਹ ਸੰਕੀਰਣਪੁਣਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜਿਹੜੇ ਬਚਨ ਕਹੇ ਨੇ, ਉਹ ਤਾਂ ਹੁਣ ਵਿਆਖਿਆ ਵਿੱਚ ਕਰਨੇ ਹੀ ਪੈਣਗੇ ਨਾ। ਇਸ ਕਰਕੇ ਭਾਈ ਇਹ ਸੰਕੀਰਣਤਾ ਨਹੀਂ ਹੋਣੀ ਚਾਹੀਦੀ। ਸਤਿਗੁਰਾਂ ਦਾ ਘਰ ਸਮੁੰਦਰ ਹੈ, ਇਹਨੂੰ ਨਦੀ ਰੂਪ ਨਹੀਂ ਦੇਣਾ। ਇਹ ਸਮੁੰਦਰ ਹੈ, ਇਹਦੇ 'ਚ ਸਾਰਾ ਕੁਝ ਸਮਾਇਆ ਹੋਇਆ। ਪਾਤਸ਼ਾਹ ਨੇ ਹਿੰਦੂਆਂ ਨੂੰ ਵੀ ਗਲ ਨਾਲ ਲਾਇਆ, ਮੁਸਲਮਾਨਾਂ ਨੂੰ ਵੀ ਗਲ ਨਾਲ ਲਾਇਆ। ਪਾਤਸ਼ਾਹ ਨੇ ਸਾਰਿਆਂ ਨੂੰ ਆਪਣੀ ਗੱਲ ਵੱਖੜੀ ਵਿੱਚ ਲਿਆ। ਖੈਰ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਮਰਦਾਨਿਆਂ, ਉਸ ਵੇਲੇ ਪਰਸ਼ੂਰਾਮ ਨੇ ਕਿਹਾ ਕਿ ਮੈਂ 21 ਵਾਰ ਇਸ ਧਰਤੀ ਨੂੰ ਛਤਰੀਆਂ ਤੋਂ ਬਿਨਾਂ ਕਰਾਂਗਾ। ਸ਼ਸਤਰ ਅਸਤਰ ਸਭ ਹੀ ਕਰ ਲੈ ਕੇ ਸਾਰੇ ਸ਼ਸਤਰ ਤੇ ਅਸਤਰ ਉਹਨਾਂ ਦੇ ਲੈ ਕੇ ਅਰਜਨ ਕੇ ਤਬ ਸਨਮੁਖ ਹੋਏ ਕੈ ਕਹਿੰਦੇ ਜੰਗ ਦੇ ਮੈਦਾਨ 'ਚ ਪਹਿਲਾਂ ਸਹੰਸਰ ਬਾਹੂ ਦੇ ਸਾਹਮਣੇ ਆਏ। ਉਹਨੇ ਆਖਿਆ ਪਹਿਲਾਂ ਤੇ ਇਹਦੇ ਤੋਂ ਸ਼ੁਰੂਆਤ ਕਰਾਂ ਜਿਹਨੇ ਮੇਰੇ ਪਿਓ ਨੂੰ ਮਾਰਿਆ ਹੈ। ਰੋਇਆ ਸੀ ਪਰਸ਼ੁਰਾਮ ਉਸ ਵਕਤ, ਉਹ ਵੀ ਦੁਖੀ ਹੋਇਆ। ਏਡੇ ਵੱਡੇ ਅਵਤਾਰ ਵੀ ਮਹਾਰਾਜ ਜੀ ਕਹਿੰਦੇ ਸੰਸਾਰ 'ਚ ਦੁਖੀ ਹੋਏ ਹੈ। ਤੇ ਮਨੁੱਖ ਦੀ ਤਾਂ ਦਸ਼ਾ ਹੀ ਕੀ ਹੈ, ਇਹ ਤਾਂ ਹੁਣ ਪਾਪ ਕਰਮਾਂ ਵਿੱਚ ਪ੍ਰਵਿਰਤ ਹੁੰਦਾ, ਇਹ ਤਾਂ ਦੁਖੀ ਹੋਵੇਗਾ ਹੀ। ਉਸ ਵਕਤ ਕਹਿੰਦੇ ਸਹੰਸਰ ਬਾਹੂ ਦੇ ਸਾਹਮਣੇ ਜਾ ਕੇ ਜੰਗ ਦਾ ਐਲਾਨ ਕੀਤਾ ਪਰਸ਼ੁਰਾਮ ਜੀ ਨੇ। ਦਾਰੁਨ ਬੋ ਸੰਗਰਾਮ ਮਚਾਵਾ ਬੜਾ ਭਿਆਨਕ ਦਾਰੁਣ ਸੰਗਰਾਮ ਮਚਿਆ। ਮਹਾਸਾਰ ਸੋ ਸਾਰ ਬਜਾਵਾ ਲੋਹੇ ਨਾਲ ਲੋਹਾ ਵੱਜਿਆ, ਭਿਆਨਕ ਜੰਗ ਹੋਇਆ। ਹਾਥ ਕੁਠਾਰ ਸੰਭਾਰ ਸੁਜੋਰਾ ਕਲਗੀਧਰ ਜੀ ਦੀ ਕਲਮ ਫਿਰ ਉੱਥੇ ਬੜੀ ਖੂਬ ਚੱਲਦੀ ਹੈ। ਜਦੋਂ ਜੰਗ ਆਉਂਦਾ ਨਾ ਦਸਮ ਬਾਣੀ 'ਚ ਪਰਸ਼ੁਰਾਮ ਦਾ, ਫਿਰ ਉਦੋਂ ਖੂਬ ਚੱਲਦੀ ਹੈ ਕਲਮ ਕਿ ਕਿਵੇਂ ਲੋਹੇ ਤੇ ਲੋਹਾ ਵੱਜਦਾ ਹੈ, ਕਿਵੇਂ ਸਾਗੜਦੰਗ ਸੂਰੰਗ ਹੁੰਦੇ ਹੈ, ਕਿਵੇਂ ਝਾਗੜਦੰਗ ਬਾਗੜਦੰਗ ਇਹ ਜੰਗ ਦੇ ਮੈਦਾਨ ਵਿੱਚ ਕਿਵੇਂ ਜੰਗੀ ਨਾਦ ਗੂੰਜਦੇ ਹਨ। ਪਾਤਸ਼ਾਹ ਦੀ ਬੇਰਸੀ ਬਾਣੀ ਹੈ। ਗੁਰਦੇਵ ਸੱਚੇ ਪਾਤਸ਼ਾਹ ਨੇ ਵਿਸਥਾਰ ਸਹਿਤ ਲਿਖੀ ਹੈ। ਕਹਿੰਦੇ ਪਰਸ਼ੂਰਾਮ ਜੀ ਨੇ
ਸਹੰਸਰ ਬਾਹੂ ਨਾਲ ਇਹੋ ਜਿਹਾ ਭਿਆਨਕ ਜੰਗ ਕੀਤਾ, ਲੋਹੇ ਤੇ ਲੋਹਾ ਵੱਜਿਆ। ਕ੍ਰੋਧ ਯੁੱਧ ਅਵਰੁੱਧ ਤਕੋਰਾ, ਬੜੇ ਕ੍ਰੋਧ ਵਿੱਚ ਯੁੱਧ ਹੋਇਆ, ਜੰਗ ਹੋਇਆ। ਪੁਜ ਹਜ਼ਾਰ ਤੈ ਕਾਟੇ ਉਤਾਰੀ, ਸਹੰਸਰ ਬਾਹੂ ਦੀਆਂ ਹਜ਼ਾਰਾਂ ਬਾਹਾਂ ਵੱਢ ਸੁੱਟੀਆਂ। ਗਿਰਿਓ ਮ੍ਰਿਤਕੋਏ ਭੂਮ ਮਝਾਰੀ, ਮਾਰ ਕੇ ਸਹੰਸਰ ਬਾਹੂ ਨੂੰ ਮਿੱਟੀ 'ਚ ਗਰਕ ਕਰ ਦਿੱਤਾ ਪਰਸਰਾਮ ਜੀ ਨੇ। ਸਰਬ ਧਰਮ ਤਰਾ ਮੈਂ ਤੈ ਛਿਨ ਰਾਮੋ, ਔਰ ਉਸ ਵਕਤ ਜਿਤਨੇ ਵੀ ਛਤਰੀ ਸੀ ਉਸ ਵੇਲੇ ਧਰਤੀ ਦੇ ਉੱਤੇ, ਛਤਰੀ ਕੋ ਨੇ ਛੋੜਿਓ ਨਾਮੋ, ਕਹਿੰਦੇ ਛਤਰੀ ਦਾ ਨਾਮ ਮਾਤਰ ਨਹੀਂ ਛੱਡਿਆ। ਜਿਹੜੇ ਛੋਟੇ ਛੋਟੇ ਬੱਚੇ ਸਨ ਉਹ ਰਹਿ ਗਏ, ਜਾਂ ਜਿਹੜੇ ਮਾਵਾਂ ਦੀ ਕੁੱਖ ਵਿੱਚ ਸਨ ਉਹ ਰਹਿ ਗਏ। ਜਿਹੜੇ ਭਰ ਜਵਾਨੀ ਵਿੱਚ ਛਤਰੀ ਸਨ ਉਹ ਸਾਰੇ ਸਮਾਪਤ ਕਰ ਦਿੱਤੇ। ਬੀਨ ਬੀਨ ਤਿੰਨ ਕੁਲ ਕਰ ਹਰਨੀ, ਚੁਣ ਚੁਣ ਕੇ ਛਤਰੀਆਂ ਨੂੰ ਮਾਰਿਆ ਪਰਸਰਾਮ ਜੀ ਨੇ। ਦਈ ਦਿਜਨ ਕੋ ਸਗਰੀ ਧਰਨੀ, ਔਰ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦੇ ਦਿੱਤਾ, ਕਿਉਂਕਿ ਪਰਸਰਾਮ ਜੀ ਬ੍ਰਾਹਮਣ ਸਨ। ਉਹਨਾਂ ਨੇ ਸਾਰਾ ਰਾਜ ਬ੍ਰਾਹਮਣਾਂ ਨੂੰ ਦੇ ਦਿੱਤਾ। ਕਮਨਿਓ ਆਪ ਵਿਪਨ ਤਪ ਕਾਰਨ, ਇਹਨਾਂ ਛਤਰੀਆਂ ਨੂੰ ਮਾਰ ਕੇ ਆਪ ਪਰਸਰਾਮ ਜੀ ਜੰਗਲ 'ਚ ਤਪ ਕਰਨ ਚਲੇ ਗਏ। ਰਿਓ ਬੈਠ ਕਰ ਦੁਸ਼ਟ ਬਿਦਾਰਨ, ਔਰ ਉੱਥੇ ਜਾ ਕੇ ਬੈਠੇ ਰਹੇ ਚਿਰੰਕਾਲ ਤਾਈਂ। ਛਤਰੀ ਬਦੇ ਬਹੁਤ ਜਬ ਕੋਟੀ, ਫਿਰ ਜਿਹੜੇ ਬੱਚੇ ਸੀ ਉਹ ਵੀ ਵੱਡੇ ਹੋ ਗਏ ਛਤਰੀ, ਮਾਵਾਂ ਦੀਆਂ ਕੁੱਖਾਂ 'ਚੋਂ ਵੀ ਜੰਮ ਪਏ, ਫਿਰ ਅੱਗੇ ਸ਼ਾਦੀਆਂ ਹੋ ਗਈਆਂ। ਏਦਾਂ ਫਿਰ ਛਤਰੀਆਂ ਦਾ ਵਾਧਾ ਹੋ ਗਿਆ। ਧਰਾ ਦਿਜਨ ਤੇ ਲੀਨ ਖਸੋਟੀ, ਉਹਨਾਂ ਛਤਰੀਆਂ ਨੇ ਫਿਰ ਬ੍ਰਾਹਮਣਾਂ ਨੂੰ ਮਾਰ ਕੇ ਉਹਨਾਂ ਕੋਲੋਂ ਰਾਜ ਖੋਹ ਲਿਆ। ਆਨ ਵਿਪਨ ਤੇ ਯੁੱਧ ਮਚਾਵਾ, ਪਰਸਰਾਮ ਜੀ ਫਿਰ ਆਏ ਜੰਗ ਦੇ ਮੈਦਾਨ ਵਿੱਚ। ਉਹਨਾਂ ਨੇ ਫਿਰ ਆ ਕੇ ਛਤਰੀਆਂ ਨਾਲ ਜੰਗ ਲੜਿਆ। ਛਤਰੀ ਏਕ ਰਹਿਨ ਨਾ ਪਾਵਾ, ਇੱਕ ਛਤਰੀ ਜਿਹੜਾ ਨਹੀਂ ਛੱਡਿਆ, ਫਿਰ ਉਹ ਬਚੇ ਜਿਹੜੇ ਬਚਪਨ ਵਿੱਚ ਬਾਲਕ ਸਨ ਜਾਂ ਰਣ ਭੂਮੀ 'ਚ ਨਹੀਂ ਆਏ, ਜਿਹੜੇ ਮਾਤਾ ਦੇ ਪੇਟਾਂ ਵਿੱਚ ਸਨ ਉਹ ਬਚੇ। ਬਾਕੀ ਛਤਰੀ ਸਾਰੇ ਸਮਾਪਤ ਕਰ ਦਿੱਤੇ। ਜੀਤ ਤਰਾ ਵਿਪਰਨ ਕੋ ਦੀਨੀ, ਫਿਰ ਦੁਬਾਰਾ ਧਰਤੀ ਜਿੱਤ ਕੇ ਬ੍ਰਾਹਮਣਾਂ ਨੂੰ ਦੇ ਦਿੱਤੀ। ਛਤਰੀ ਬਦੇ ਛੀਨ ਪੁਨ ਲੀਨੀ, ਏਦਾਂ ਫਿਰ ਤੀਜੀ ਵਾਰ ਫਿਰ ਛਤਰੀ ਵਧੇ, ਉਹਨਾਂ ਫਿਰ ਬ੍ਰਾਹਮਣਾਂ ਕੋਲੋਂ ਧਰਤੀ ਖੋਈ। ਤੀਜੀ ਵਾਰ ਫਿਰ 4 ਵਾਰ 5 ਵਾਰ, ਏਦਾਂ 21 ਵਾਰ ਪਰਸਰਾਮ ਜੀ ਨੇ ਛਤਰੀਆਂ ਨੂੰ ਧਰਤੀ ਤੋਂ ਖਤਮ ਕੀਤਾ। ਪਰਸਰਾਮ ਮਾਰੇ ਤਬ ਆਈ, ਪਰਸਰਾਮ ਜੀ ਆ ਕੇ ਮਾਰਦੇ ਹਨ। ਧਰਨੀ ਸਕਲ ਦਿਜਨ ਪੁਨ ਪਾਈ, ਔਰ ਸਾਰੀ ਧਰਤੀ ਬ੍ਰਾਹਮਣਾਂ ਦੀ ਫਿਰ ਦੁਬਾਰਾ ਪ੍ਰਾਪਤ ਕਰ ਲੈਂਦੇ। ਇਹ ਮਾਰ ਕੇ ਛਤਰੀਆਂ ਨੂੰ ਰਾਜ ਫਿਰ ਬ੍ਰਾਹਮਣਾਂ ਨੂੰ ਦੇ ਦਿੰਦੇ। ਇਸ ਵਿਦ 21 ਵਾਰ ਸੰਘਾਰੇ, ਇਹ ਸਿਲਸਿਲਾ 21 ਵਾਰ ਇਸੇ ਤਰ੍ਹਾਂ ਚੱਲਦਾ ਰਿਹਾ। ਕਈ ਦਿਜਨ ਕੋ ਬਾਰੰਗ ਬਾਰੇ, ਇਹ ਪ੍ਰਣ ਪਰਸ਼ੂਰਾਮ ਜੀ ਨੇ ਆਪਣਾ ਪੂਰਾ ਕੀਤਾ, ਬਾਰ-ਬਾਰ ਬ੍ਰਾਹਮਣਾਂ ਨੂੰ ਰਾਜ ਦਿੱਤਾ। ਰਘੁਪਤ ਸੰਗ ਪਿੜਿਓ ਇੱਕ ਕਾਲਾ, ਕਹਿੰਦੇ ਜਦੋਂ ਤ੍ਰੇਤਾ ਯੁੱਗ ਆਇਆ ਤੇ ਭਗਵਾਨ ਰਾਮਚੰਦਰ ਜੀ ਨਾਲ ਵੀ ਪਰਸ਼ੁਰਾਮ ਭਿੜ ਗਿਆ ਸੀ। ਜਦੋਂ ਕਿਉਂਕਿ ਪਰਸ਼ੁਰਾਮ ਸ਼ਿਵ ਭਗਤ ਸੀ, ਜਦੋਂ ਸਵੰਬਰ ਵਿੱਚ ਗਏ ਸ਼੍ਰੀ ਰਾਮਚੰਦਰ ਜੀ, ਕਲਗੀਧਰ ਜੀ ਨੇ ਰਾਮਾਵਤਾਰ 'ਚ ਬਚਨ ਲਿਖੇ ਆ 10ਵੇਂ ਪਾਤਸ਼ਾਹ ਨੇ। ਜਦੋਂ ਉੱਥੇ ਗਏ ਤੇ ਤਨਖ ਤੋੜ ਦਿੱਤਾ ਸ਼੍ਰੀ ਰਾਮਚੰਦਰ ਜੀ ਨੇ, ਚਿਲਾ ਚਾੜਿਆ। ਪਰਸ਼ੁਰਾਮ ਆਇਆ ਨੂੰ ਬੜਾ ਗੁੱਸਾ ਵੀ ਮੇਰੇ ਇਸ਼ਟ ਸ਼ਿਵ ਜੀ ਦਾ ਤਨਖ ਹੈ ਤੇ ਰਾਮਚੰਦਰ ਛਤਰੀਆ ਨੇ ਤੋੜਿਆ। ਆ ਕੇ ਬੜਾ ਗੁੱਸੇ 'ਚ ਅੱਗ ਭੰਬੂੜਾ ਹੋਇਆ, ਲਾਲ ਹੋਇਆ। ਕਹਿੰਦਾ ਤੂੰ ਮੇਰੇ ਇਸ਼ਟ ਦਾ ਤਨਖ ਤੋੜ ਕੇ ਕਿੱਥੇ ਚੱਲਿਆ? ਤੂੰ ਜਾਣਦਾ ਮੈਂ ਉਹ ਹਾਂ ਜਿਹਨੇ 21 ਵਾਰੀ ਤੇਰੇ ਵਰਗੇ ਛਤਰੀ ਖਤਮ ਕੀਤੇ ਹੈ। ਕੋਲੋਂ ਸ਼੍ਰੀ ਲక్ష్మణ ਜੀ ਬੋਲੇ, ਕਹਿੰਦੇ ਪਰਸ਼ੁਰਾਮ ਇਹ ਭਗਵਾਨ ਨੇ। ਕਹਿੰਦਾ ਮੈਂ ਨਹੀਂ ਮੰਨਦਾ। ਉਸ ਵਕਤ ਜਦੋਂ ਕਹਿੰਦਾ ਹੁਣ ਮੇਰੇ ਨਾਲ ਲੜੋ, ਸ਼੍ਰੀ ਰਾਮਚੰਦਰ ਜੀ ਕਹਿੰਦੇ ਮਹਾਰਾਜ हे ਬ੍ਰਾਹਮਣ ਦੇਵਤਾ ਤੁਸੀਂ ਯੋਗੀ ਹੋ, ਮੈਂ ਤੁਹਾਡਾ ਸਤਿਕਾਰ ਕਰਦਾ ਹਾਂ, ਮਰਿਆਦਾ ਵਿੱਚ ਹਾਂ। ਪਰ ਇਹ ਕਹਿੰਦਾ ਨਹੀਂ। ਕਾਫੀ ਜਦੋਂ ਬੋਲਿਆ ਤੇ ਫਿਰ ਕਲਗੀਧਰ ਜੀ ਲਿਖਦੇ ਆ ਵੀ ਸ਼੍ਰੀ ਰਾਮਚੰਦਰ ਜੀ ਨੇ 20 ਰਸ ਵਿੱਚ ਹੀ ਜਵਾਬ ਦਿੱਤਾ। ਉਹ ਕਹਿਣ ਲੱਗੇ ਜੇ ਤੱਕ ਬੈਨ ਕਹੇ ਸੋ ਕਹੇ ਅਬ ਫੇਰ ਕਹੇ। ਕਹਿੰਦੇ ਜਿੰਨੀਆਂ ਗੱਲਾਂ ਤੂੰ ਹੁਣ ਤਾਈਂ ਕਹਿ ਲੀਆਂ ਪਰਸ਼ੁਰਾਮ, ਜੇ ਹੁਣ ਕਹੀਆਂ ਦਾਤ ਤੋਰਾਏ ਅਬ ਘਰ ਜੈ ਹੋ। ਕਹਿੰਦੇ ਜੇ ਹੁਣ ਬੋਲਿਆ ਨਾ ਤੇ ਆਪਣੇ ਦੰਦ ਤੋੜਾ ਕੇ ਘਰ ਨੂੰ ਵਾਪਸ ਪਰਤੇਗਾ। ਫਿਰ ਪਰਸ਼ੁਰਾਮ ਦੀ ਬੋਲੀ ਥੋੜੀ ਜੀ ਨਰਮ ਹੋਈ। ਫਿਰ ਇਹਨੂੰ ਸਮਝ ਆਈ, ਕਿਉਂਕਿ ਪਹਿਲਾਂ ਸਿਰੇ ਚੜੀ ਜਾਵੇ। ਰਾਮ ਜੀ ਅੱਗੋਂ ਕਹਿਣ ਵੀ ਤੁਸੀਂ ਯੋਗੀ ਹੋ, ਇਹ ਆਖੇ ਵੀ ਮੇਰੇ ਕੋਲੋਂ ਡਰਦੇ ਆ ਵੀ ਮੈਂ 21 ਵਾਰੀ ਛਤਰੀ ਮਾਰੇ ਹਨ। ਪਰ ਮੁੜ ਕੇ ਸ਼੍ਰੀ ਰਾਮਚੰਦਰ ਜੀ ਨੇ ਜਦੋਂ ਜਵਾਬ ਦਿੱਤਾ ਫਿਰ ਇਹਨੇ ਵੀ ਹੱਥ ਜੋੜ ਲਏ। ਕਹਿੰਦਾ ਜੀ ਜਾਓ।
ਉਹਦਾ ਇੱਥੇ ਜ਼ਿਕਰ ਕਰ ਰਹੇ ਨੇ ਮਹਾਂਕਵੀ ਜੀ। ਕਹਿੰਦੇ ਭਗਵਾਨ ਰਾਮਚੰਦਰ ਜੀ ਦੇ ਨਾਲ ਵੀ ਇਹਨੇ ਲੜਨ ਵਾਸਤੇ ਤਿਆਰੀ ਕਰ ਲਈ, ਹਰਿਓ ਗਿਓ ਤੇ ਊਜ ਵਿਸਾਲਾ, ਪਰ ਉੱਥੇ ਦਾ ਜ਼ੋਰ ਨਹੀਂ ਚੱਲਿਆ, ਤਾਣ ਨਹੀਂ ਚੱਲਿਆ। ਲੱਜਿਤ ਹੋਏ ਸਦਨ ਮੈਂ ਆਇਓ, ਉੱਥੋਂ ਫਿਰ ਲੱਜਤ ਹੋ ਕੇ ਭਗਵਾਨ ਰਾਮਚੰਦਰ ਜੀ ਤੋਂ ਸ਼ਰਮਸਾਰ ਹੋ ਕੇ ਪਰਸਰਾਮ ਜੀ ਘਰ ਆ ਗਏ। ਸੋ ਰੋਵਤ ਬਲ ਸਕਲ ਹਰਾਇਓ। ਫਿਰ ਹੁਣ ਪਿੱਛੇ ਬਚਨ ਆਇਆ ਨਾ ਵੀ ਕਿਉਂ ਰੋਏ ਪਰਸਰਾਮ, ਪਰਸਰਾਮ ਰੋਵੇ ਘਰ ਆਇਆ। ਜਦੋਂ ਰਾਮਚੰਦਰ ਜੀ ਤੋਂ ਹਾਰ ਕੇ ਘਰ ਆਏ ਫਿਰ ਰੋਏ ਵੀ ਮੇਰਾ ਬਲ ਖਤਮ ਹੋ ਗਿਆ। ਫਿਰ ਇਹਨਾਂ ਨੂੰ ਵੀ ਰੋਣਾ ਪਿਆ। ਫਿਰ ਆਪਣਾ ਬਲ ਖਵਾ ਕੇ ਤ੍ਰੇਤੇ ਯੁੱਗ ਦੇ ਅਵਤਾਰ ਦੇ ਮਾੜਾ ਬੋਲ ਰਹੇ ਸਨ, ਆ ਕੇ ਉਹਨਾਂ ਨੂੰ ਭੈੜੇ ਸ਼ਬਦ ਵਰਤ ਰਹੇ ਸਨ। ਇਸ ਕਰਕੇ ਲੱਜਤ ਹੋਣਾ ਪਿਆ, ਰੋਣਾ ਪਿਆ। ਜਾਜਤ ਦਿਜ ਦੇਖਤ ਜਗ ਮਾਈ। ਕਹਿੰਦੇ ਹੁਣ ਉਹ ਬ੍ਰਾਹਮਣ ਜਿਹੜੇ ਕਿਤੇ ਰਾਜੇ ਬਣਾਏ ਸੀ ਪਰਸਰਾਮ ਨੇ, ਹੁਣ ਉਹ ਮੰਗਤੇ ਬਣ ਕੇ ਮੰਗਤੇ ਵੇਖੇ ਜਾਂਦੇ ਨੇ। ਰੋਏ ਬਿਸੂਰਤ ਸੁਖ ਤੈ ਨਾਈ। ਉਹ ਵੀ ਰੋਂਦੇ ਆ, ਝੂਰਦੇ ਆ, ਸੁਖ ਨਹੀਂ ਉਹਨਾਂ ਨੂੰ। ਅਜ ਨ੍ਰਿਪ ਇੰਦ ਮਤੀ ਬ੍ਰਿਉ ਭਾਰੀ। ਕਹਿੰਦੇ ਇੱਕ ਰਾਜਾ ਅੱਜ ਅਜਾ ਸੋ ਰੋਵੇ ਭਿਖਿਆ ਖਾਏ। ਹੁਣ ਉਹਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਰਾਜਾ ਅੱਜ ਸੀ ਜਿਹਦੀ ਇੰਦਮਤੀ ਨਾਮ ਦੀ ਘਰ ਵਾਲੀ ਸੀ, ਉਹਦੇ ਵਿਛੋੜੇ ਵਿੱਚ ਰੋਵਤ ਭਿਖਿਆ ਖਾਏ ਆਹਾਰੀ। ਭਿਖਿਆ ਜਿਹੜੀ ਸੀ ਉਹ ਖਾਣੀ ਪਈ ਲਿੱਦ ਦੀ ਲੈ ਕੇ, ਉਦਾਂ ਵੀ ਭਿਖਿਆ ਮੰਗ ਕੇ ਖਾਣਾ ਪਿਆ, ਰੋਣਾ ਪਿਆ ਰਾਜੇ ਅੱਜ ਨੂੰ। ਜਗ ਮੈਂ ਗਿਆਨ ਦ੍ਰਿਸ਼ਟ ਸੁਖ ਹੋਈ। ਮਹਾਰਾਜ ਜੀ ਕਹਿੰਦੇ ਜਗਤ ਵਿੱਚ ਜਿਨ੍ਹਾਂ ਕੋਲ ਗਿਆਨਮਈ ਦ੍ਰਿਸ਼ਟੀ ਆ ਉਹੀ ਸੁਖੀ ਹੁੰਦੇ ਹਨ। ਨਾ ਤੁਰ ਦੁਖੀ ਰਹਿਤ ਸਭ ਕੋਈ। ਨਹੀਂ ਤਾਂ ਸਾਰੇ ਹੀ ਦੁਖੀ ਰਹਿੰਦੇ ਜੇ ਗਿਆਨ ਨਾ ਹੋਵੇ। ਦੋਹਰਾ ਸੀਤਾ ਲਛਮਨ ਵਿਛੁਰਨੇ ਰੋਏ ਤਬ ਸ੍ਰੀ ਰਾਮ। ਸੀਤਾ ਜੀ ਔਰ ਲਛਮਣ ਦੇ ਵਿਛੋੜੇ ਕਰਕੇ ਭਗਵਾਨ ਰਾਮਚੰਦਰ ਜੀ ਵੀ ਬਿਰਹਾਤੁਰ ਹੋ ਕੇ ਬਨ ਦੇ ਵਿੱਚ ਫਿਰੇ। ਵਿਸ਼ਨਿਆਨ ਅਵਤਾਰ ਪਾ ਜਪਤ ਜਗਤ ਜੈ ਨਾਮ। ਹਾਲਾਂਕਿ ਵਿਸ਼ਨੂੰ ਜੀ ਦਾ ਅਵਤਾਰ ਕਿਹਾ ਜਾਂਦਾ ਸ਼੍ਰੀ ਰਾਮ ਜੀ ਨੂੰ, ਔਰ ਉਹਨਾਂ ਦਾ ਨਾਮ ਜਗਤ ਦੇ ਲੋਕ ਜਪਦੇ ਆ। ਕਹਿੰਦੇ ਉਹਨਾਂ ਨੂੰ ਵੀ ਕੈਸਾ ਬਿਰਹਾਤੁਰ ਹੋ ਕੇ ਰੁਦਨ ਕਰਨਾ ਪਿਆ। ਜੋ ਪਈ ਦੈ ਸਿਰ ਤੀਨ ਲੋਕ ਬਸ ਜਾ ਕੇ। ਫਿਰ ਦੈ ਸਿਰ ਰਾਵਣ ਜਿਹਦੇ 3 ਲੋਕ ਵਸ ਕੀਤੇ ਹੋਏ ਸਨ। 5 ਸਾਲ ਮੈਂ ਕਾਲ ਸੁਤਾਂ ਕੇ। ਜਿਹਨੇ ਕਾਲ ਨੂੰ ਵੀ ਪਾਵੇ ਨਾਲ ਬੱਧਿਆ ਹੋਇਆ ਐਸਾ ਦੱਸਿਆ ਜਾਂਦਾ। ਕੰਚਨ ਦੇਸ਼ ਬਹੁਤ ਗ੍ਰਹਿ ਨਾਰੀ। ਇਹਦੀ ਲੰਕਾ ਸੋਨੇ ਦੀ ਆ ਤੇ ਘਰ 'ਚ ਬਹੁਤ ਇਸਤਰੀਆਂ ਨੇ। 3 ਚੁਰਾਏ ਲਿਏ ਜਨਕ ਕੁਮਾਰੀ। ਤੇ ਵੇਖੋ ਮਲੇਛ ਬਿਰਤੀ ਕੀਤੀ, ਇਹਨੇ ਜਾ ਕੇ ਜਨਕ ਕੁਮਾਰੀ ਸੀਤਾ ਦਾ ਹਰਨ ਕਰ ਲਿਆ। ਰਾਮਚੰਦ ਤਬ ਤੈਂ ਕੋ ਮਾਰਾ। ਭਗਵਾਨ ਰਾਮਚੰਦਰ ਜੀ ਨੇ ਲੰਕਾ 'ਚ ਜਾ ਕੇ ਇਸ ਨੂੰ ਮਾਰਿਆ। ਗਿਰਿਓ ਰੋਏ ਕੈ ਜੁੱਧ ਮਜਾਰਾ। ਜੰਗ ਦੇ ਮੈਦਾਨ 'ਚ ਰੋਂਦਾ ਹੋਇਆ ਡਿੱਗ ਪਿਆ ਰਾਵਣ, ਅੰਤ ਨੂੰ ਪਛਤਾਉਂਦਾ। ਕੰਚਨਪੁਰ ਕੋ ਪਤ ਅਸ ਰਾਵਣ। ਜਿਹੜਾ ਸੋਨੇ ਦੀ ਲੰਕਾ ਦਾ ਮਾਲਕ ਸੀ ਰਾਵਣ, ਉਹਦੀ ਕੈਸੀ ਦਸ਼ਾ ਹੋਈ, ਆਪਣੇ ਭੈੜੇ ਕਰਮ ਕਰਕੇ ਰੋਣਾ ਪਿਆ। ਕੰਚਕ ਮਿਲਿਓ ਨਾ ਮੁਖ ਇਤ ਪਾਵਨ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਇਹੋ ਜੀ ਹਾਲਤ ਹੋਈ। ਬਲੀ ਸਮਰੱਥ ਸਕਲ ਪ੍ਰਕਾਰਾ। ਜਿਹੜਾ ਹਰ ਪ੍ਰਕਾਰ ਨਾਲ ਬਲੀ ਕਹਾਉਂਦਾ ਸੀ, ਸਮਰੱਥ ਕਹਾਉਂਦਾ ਸੀ। ਉਪਜੇ ਇਸ ਜਗ ਬੀਚੇ ਅਪਾਰਾ। ਮਹਾਰਾਜ ਜੀ ਕਹਿੰਦੇ ਕਿੱਡੇ ਕਿੱਡੇ ਬਲੀ ਹੋਏ ਨੇ ਮਰਦਾਨੇ ਇਸ ਜਗਤ ਵਿੱਚ। ਬਿਨਾ ਗਿਆਨ ਦੁਖ ਪਾਏ ਕਨੇਰਾ। ਕਰਗੇ ਕੂਚ ਨਾ ਲਾਗੀ ਦੇਰਾ। ਕਿੱਡੇ ਕਿੱਡੇ ਬਲੀ ਹੋਏ ਨੇ ਸੰਸਾਰ ਦੇ ਵਿੱਚ, ਗਿਆਨ ਤੋਂ ਬਿਨਾਂ ਸਭ ਨੇ ਦੁੱਖ ਭੋਗੇ ਹਨ। ਜਿਹੜੇ ਗਿਆਨਵਾਨ ਉਹ ਦੁਖੀ ਨਹੀਂ ਹੋਏ, ਗਿਆਨ ਵੀ ਹੋਣੇ ਦੁਖੀ ਹੋਏ, ਔਰ ਇਹ ਸੰਸਾਰ ਤੋਂ ਕੂਚ ਕਰ ਗਏ, ਚਲੇ ਗਏ, ਦੇਰੀ ਨਹੀਂ ਲੱਗੀ। ਰਹਿੰਦੇ ਸ਼ਬਦ ਦੀ ਵਿਆਖਿਆ ਦੇ ਸਰੂਪ ਵਿੱਚ ਅੱਗੇ ਪਾਤਸ਼ਾਹ ਜੀ ਬਚਨ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਰੋਵੈ ਪਾਂਡਵ ਭਏ ਮਜੂਰ, ਇਹ ਪੰਕਤੀ ਦੀ ਵਿਆਖਿਆ ਚੱਲੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਨਾਨਕ ਚਾਹੋ ਏਓ, ਨਾਨਕ ਚਾਹੋ ਏਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਸੁਖ ਪੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਐ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।